ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519-622-0660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 601797 ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501 ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktruckliube.com QTL because we care. Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਰੋਤਿਓ ਤੁਹਾਡਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਮੈਂ ਜਸਪ੍ਰੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨਾਲ, ਜੋ ਕਿ ਹਨ ਸੀਨੀਅਰ ਪੱਤਰਕਾਰ ਅਤੇ ਸਾਨੂੰ ਖਬਰਾਂ ਦੇ ਪੜਚੋਲ ਕਰਨਗੇ ਸਾਡੇ ਨਾਲ, ਅਤੇ ਉਹਨਾਂ ਦੇ ਪਿਛਲੀ ਜਾਣਕਾਰੀ ਅਤੇ ਹੋਰ ਵੀ ਢੁਕਵੇਂ ਵੇਰਵੇ ਸਾਡੇ ਨਾਲ ਸਾਂਝਾ ਕਰਨਗੇ। ਸਭ ਤੋਂ ਪਹਿਲਾਂ ਤਾਂ ਅਸੀਂ ਬਖਤੌਰ ਸਿੰਘ ਢਿੱਲੋਂ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਦੇ ਨਾਲ ਹੀ ਵੱਧਦੇ ਹਾਂ ਖਬਰਾਂ ਦੀ ਪੜਚੋਲ ਵੱਲ। ਸੋ ਪਹਿਲੀ ਖਬਰ ਜੋ ਮੈਂ ਲੈਣੀ ਚਾਹੂੰਗਾ ਉਹ ਹੈ ਕਿ
ਆਪਣੇ ਹੀ ਮੱਕੜ ਜਾਲ ਵਿੱਚ ਬੀਜੇਪੀ ਆਗੂਆਂ ਦੀ ਹੁਸ਼ਿਆਰੀ ਨੇ ਹੀ ਕਰ ਦਿੱਤਾ ਉਹਨਾਂ ਨੂੰ ਬੇਨਕਾਬ। ਸੋ ਢਿੱਲੋਂ ਸਾਹਿਬ, ਕੀ ਹੈ ਮਸਲਾ ਜੀ ਇਹ, ਤੇ ਕਿੱਥੇ ਬੇਨਕਾਬ ਹੋਏ ਨੇ ਬੀਜੇਪੀ ਦੇ ਆਗੂ ਜੀ? ਚਰਚਾ ਦਾ ਵਿਸ਼ਾ ਬਣੇ ਹੋਏ ਜੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੀੜ ਤਲਾਅ ਦੀ ਬਸਤੀ ਨੰਬਰ 4 ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜੀ, ਇੱਕ ਅਰਦਾਸ ਹੁੰਦੀ ਹੈ ਜੀ। ਉਸ ਅਰਦਾਸ ਦੇ ਜ਼ਰੀਏ ਉਹਦੇ ਰਾਹੀਂ ਜਿੱਥੇ ਮੰਗ ਕੀਤੀ ਗਈ ਹੈ, ਕਾਮਨਾ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਮਰ ਲੰਬੀ ਹੋਵੇ, ਜੀ, ਕਿਉਂਕਿ ਉਹ ਦਲਿਤ ਭਾਈਚਾਰੇ ਦੇ ਹੱਕ ਵਿੱਚ ਹੈ। ਜੀ, ਉਹ ਕਿਸੇ ਦਲਿਤ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਹੈ। ਜੀ, ਇੱਕ ਤਾਂ ਉਹਦੇ ਹੱਕ ਵਿੱਚ ਕੀਤੀ ਸੀ, ਦੂਜੀ ਕੀਤੀ ਸੀ ਰਾਮ ਰਹੀਮ ਦੇ ਹੱਕ ਵਿੱਚ। ਜੀ। ਰਾਮ ਰਹੀਮ ਦਾ ਆਪਾਂ ਨੂੰ ਪਤਾ ਹੈ ਕਿ ਰਾਮ ਰਹੀਮ 20 ਸਾਲ ਦੀ ਇੱਕ ਕੈਦ ਕੱਟ ਰਿਹਾ, ਕਿਉਂਕਿ ਜੀ। ਇਹ ਕੈਦ ਉਹਨੂੰ ਇਸ ਕਰਕੇ ਹੋਈ ਹੈ, ਉਹਨੇ ਆਪਣੀਆਂ 2 ਚੇਲੀਆਂ ਨੂੰ, ਆਪਣੀਆਂ 2 ਸਾਧਵੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਹ ਸਾਡਾ ਇਲਜ਼ਾਮ ਨਹੀਂ, ਸਗੋਂ ਇਹ CBI ਦੀ ਪੰਚਕੂਲਾ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ, ਉਸ ਫੈਸਲੇ ਦੇ ਵਿੱਚ ਇਹ ਗੱਲ ਨੋਟ ਕੀਤੀ ਹੋਈ ਹੈ। ਮੁਕੱਦਮਾ ਭਾਵੇਂ ਇੱਕ ਸੀ, ਲੇਕਿਨ ਕਿਉਂਕਿ ਪੀੜਤਾਂ 2 ਸੀ, ਇਸ ਕਰਕੇ 2 ਅਲੱਗ-ਅਲੱਗ ਸਜ਼ਾਵਾਂ ਦਿੱਤੀਆਂ ਗਈਆਂ 10-10 ਸਾਲ। ਪਹਿਲਾਂ ਇੱਕ ਸਜ਼ਾ ਪੂਰੀ ਹੋਊਗੀ, ਜਦੋਂ ਇੱਕ ਸਜ਼ਾ 10 ਸਾਲ ਦੀ ਪੂਰੀ ਹੋਊਗੀ ਤੇ ਫਿਰ ਦੂਸਰੀ ਸਜ਼ਾ ਸ਼ੁਰੂ ਹੋਣੀ ਹੈ। ਜੀ। ਟੋਟਲ 20 ਸਾਲ ਦੀ ਕੈਦ ਉਹ ਬਣਦੀ ਹੈ। ਤੇ ਇੱਕ ਪੱਤਰਕਾਰ ਹੁੰਦਾ ਸੀ ਰਾਮਚੰਦਰ ਛਤਰਪਤੀ, ਜੀ, ਉਹਦਾ ਕਤਲ ਹੋਇਆ ਸੀ ਸਿਰਸੇ ਦੇ ਵਿੱਚ, ਜੀ, ਔਰ ਉਹਦਾ ਇਲਜ਼ਾਮ ਵੀ ਰਾਮ ਰਹੀਮ ਤੇ ਸੀ। ਉਸ ਮਾਮਲੇ 'ਚ ਉਹਨੂੰ ਉਮਰ ਕੈਦ ਹੋਈ ਹੈ। ਜੀ। ਅਜੇ ਤੱਕ 2-3 ਕੇਸ ਉਹਦੇ ਹੋਰ ਲਮਕਦੇ ਆ, ਜਿਨ੍ਹਾਂ ਕੇਸਾਂ ਦਾ ਫੈਸਲਾ ਹੋਣਾ ਬਾਕੀ ਹੈ। ਜੀ। ਇਹ 2 ਬੰਦਿਆਂ ਦੇ ਸੰਬੰਧ ਵਿੱਚ ਜਦੋਂ ਨੇ ਅਰਦਾਸ ਕੀਤੀ ਗੁਰੂ ਘਰ ਦੇ ਵਿੱਚੋਂ, ਚਲੋ ਮੰਨ ਲੈਂਦੇ ਆਪਾਂ ਕਿ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕਰ ਲਈ, ਜੀ, ਇਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਓਡਾ ਵੱਡਾ ਨਾ ਹੋਵੇ ਜਿੱਦਾਂ ਰਾਮ ਰਹੀਮ ਤੇ ਹੈ। ਜੀ। ਪਰ ਇਤਰਾਜ਼ ਇਸ ਕਰਕੇ ਬਣਦਾ ਹੈ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਕਿਸਾਨ ਜਿਹੜੇ ਹੈਗੇ ਆ, ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਮਰੂਹਾਂ ਤੇ ਬੈਠੇ ਹੈ। ਜੀ। 6 ਮਹੀਨੇ ਉਹਨਾਂ ਬੈਠਿਆਂ ਨੂੰ ਹੋ ਗਏ, ਕਾਲੇ ਕਾਨੂੰਨਾਂ ਦੇ ਖਿਲਾਫ ਉਹ ਜਦੋਜਹਿਦ ਕਰ ਰਹੇ ਹੈ। ਜੀ। ਬਹੁਤ ਲੰਬਾ ਸਮਾਂ ਹੋ ਗਿਆ ਮੀਟਿੰਗ ਹੋਈ ਨੂੰ, ਉਹ ਤੋਂ ਬਾਅਦ ਕੋਈ ਮੀਟਿੰਗ ਨਹੀਂ ਉਹਨਾਂ ਨਾਲ ਕੀਤੀ। ਜੀ। ਹੁਣ ਆਖਰੀ ਉਹਨਾਂ ਨੇ ਆਖਰ ਦੇ ਵਿੱਚ ਅੱਕ ਕੇ ਕਿਸਾਨਾਂ ਨੇ ਹੁਣ ਇੱਕ ਚਿੱਠੀ ਲਿਖ ਦਿੱਤੀ ਹੈ ਕਿ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਮੀਟਿੰਗ ਵਾਸਤੇ ਸਮਾਂ ਦੇਣਾ ਪੈਣਾ ਹੈ, ਨਹੀਂ ਸਾਨੂੰ ਹੋਰ ਸਖਤ ਫੈਸਲਾ ਲੈਣਾ ਪੈਣਾ। ਇਹ ਉਹਨਾਂ ਨੇ ਆਪਣੀ ਇੱਕ ਚਿੱਠੀ ਭੇਜ ਦਿੱਤੀ ਹੈ। ਜੀ। ਔਰ ਇਹਦੇ ਚੱਲਦਿਆਂ ਜੇ ਆਪਾਂ ਦੇਖੀਏ ਕਿ ਅਸੀਂ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਚਲੋ ਹਰ ਇੱਕ ਦੀ ਅਸੀਂ ਕਰਦੇ ਹਾਂ, ਦੁਸ਼ਮਣ ਹੋਵੇ ਅਸੀਂ ਉਹਨੂੰ ਵੀ ਕਹਿੰਦੇ ਵੀ ਉਹ ਨਾ ਮਰੇ, ਲੇਕਿਨ ਇਹ ਗੱਲ ਆਉਣੀ ਚਾਹੀਦੀ ਸੀ ਕਿ ਜਿਸ ਬੰਦੇ ਨੇ ਪੰਜਾਬ ਦੇ ਕਿਸਾਨਾਂ ਦਾ, ਦੇਸ਼ ਭਰ ਦੇ ਕਿਸਾਨਾਂ ਦਾ, ਅੰਨਦਾਤੇ ਦਾ ਭਲਾ ਨਹੀਂ ਸੋਚਿਆ, ਉਹਦੇ ਬਾਰੇ ਉਹਨੇ ਇੱਕ ਬਤੌਰ ਪ੍ਰਧਾਨ ਮੰਤਰੀ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹ ਨਹੀਂ ਨਿਭਾਈਆਂ, ਸਗੋਂ ਕਿਸਾਨਾਂ ਦੇ ਉਲਟ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਦੇ ਹੱਕ ਵਿੱਚ ਭੁਗਤ ਰਹੇ ਹੈ। ਇਸ ਕਰਕੇ ਲੋਕਾਂ ਨੂੰ ਕੁਝ ਥੋੜ੍ਹਾ ਬਹੁਤਾ ਇਤਰਾਜ਼ ਹੋ ਸਕਦਾ ਹੈ। ਲੇਕਿਨ ਜਿੱਥੋਂ ਤੱਕ ਰਾਮ ਰਹੀਮ ਦਾ ਸਵਾਲ ਹੈ, ਰਾਮ ਰਹੀਮ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ। ਕਿਉਂ ਛੇਕਿਆ ਹੋਇਆ? ਇਸ ਕਰਕੇ ਕਿਉਂਕਿ ਉਹਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ, ਜਿਵੇਂ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ, ਇਹਨੇ ਆਪਣੇ ਕੁਝ ਚੇਲਿਆਂ ਨੂੰ ਰੂਹ ਅਫਜ਼ਾ ਪਿਆ ਕੇ ਤੇ ਇਹ ਕਹਿ ਦਿੱਤਾ ਸੀ, ਉਸੇ ਤਰ੍ਹਾਂ ਦੇ ਉੱਤੇ ਉਹੀ ਜੀ ਪੋਸ਼ਾਕ ਪਾਈ ਸੀ ਕਿ ਮੈਂ ਇਨਸਾਨ ਛਾਪ ਜਿਹੜੇ ਹੈਗੇ ਹੈ ਸਾਜਤੇ ਹੈ। ਹਾਂਜੀ। ਜਿਵੇਂ ਸਿੱਖਾਂ ਦੇ ਨਾਂ ਨਾਲ, ਕਿਉਂਕਿ ਅੰਮ੍ਰਿਤਪਾਨ ਕਰਨ ਤੋਂ ਪਹਿਲਾਂ ਸਿੱਖਾਂ ਦੇ ਨਾਂ ਨਾਲ ਸਿੰਘ ਸ਼ਬਦ ਜ਼ਰੂਰੀ ਨਹੀਂ ਹੁੰਦਾ ਸੀ, ਲੇਕਿਨ ਅੰਮ੍ਰਿਤਪਾਨ ਕਰਾਉਣ ਤੋਂ ਬਾਅਦ ਸਿੰਘ ਸ਼ਬਦ ਲਾਉਣਾ ਜ਼ਰੂਰੀ ਹੈ। ਤੇ ਜਿਹੜਾ ਵੀ ਬੰਦਾ ਸਿੱਖ ਘਰਾਣੇ 'ਚ ਜੰਮਦਾ ਹੈ, ਪੈਦਾ ਹੁੰਦਾ, ਅਕਸਰ ਉਹਦੇ ਨਾਂ ਨਾਲ ਸਿੰਘ ਲੱਗਣ ਲੱਗ ਜਾਂਦਾ ਹੈ। ਜੀ। ਇੱਦਾਂ ਹੀ ਤੁਸੀਂ ਦੇਖਿਆ ਹੋਣਾ ਕਿ ਡੇਰਾ ਪ੍ਰੇਮੀਆਂ ਦੇ ਨਾਂ ਦੇ ਨਾਲ ਇਨਸਾਨ ਲੱਗਦਾ ਹੈ। ਹਾਂਜੀ। ਉਹਦਾ ਕਰਕੇ ਮਤਲਬ ਹੈ ਜਿਹੜਾ ਉਹਨੂੰ ਬੰਦੇ ਨੂੰ ਪੰਥ ਦੇ ਵਿੱਚੋਂ ਖਾਰਜ ਕਰਤਾ ਸੀ। ਲੇਕਿਨ ਬਾਅਦ ਵਿੱਚ ਭਾਵੇਂ ਮੌਕੇ ਦੀ ਹੁਕੂਮਤ ਨੇ ਥੋੜ੍ਹਾ ਜਿਹਾ ਪ੍ਰੈਸ਼ਰ ਬਿਲਡ ਕਰਕੇ ਤੇ ਉਹਨੂੰ 2015 ਦੇ ਵਿੱਚ ਮੁਆਫੀ ਵੀ ਦਵਾਤੀ ਸੀ। ਜੀ। ਲੇਕਿਨ ਉਸ ਮਾਫੀ ਦਾ ਇੰਨਾ ਕਰੜਾ ਵਿਰੋਧ ਹੋਇਆ ਸੀ ਕਿ ਸਿੰਘ ਸਾਹਿਬਾਨ ਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਸੀ। ਉਹਦਾ ਮਾਫੀ ਜਿਹੜੀ ਉਹਨੂੰ ਦਿੱਤੀ ਹੋਈ ਸੀ ਉਹ ਵਾਪਸ ਲੈ ਲਈ ਸੀ। ਜੀ। ਔਰ ਫਿਰ ਉਹ ਤੋਂ ਬਾਅਦ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਨੂੰ ਜੇ ਅਸੀਂ ਦੇਖੀਏ ਤਾਂ ਉਹਦੀ ਪੈੜ ਵੀ ਡੇਰਾ ਮੁਖੀ ਦੇ ਡੇਰੇ ਵੱਲ ਨੂੰ ਜਾਂਦੀ ਹੈ। ਸੋ ਉਸ ਬੰਦੇ ਦੇ ਬਾਰੇ ਵਿੱਚ ਜੇ ਇਹ ਉੱਥੋਂ ਅਰਦਾਸ ਕੀਤੀ ਜਾਵੇ ਕਿਸੇ ਗੁਰੂ ਘਰ ਦੇ ਵਿੱਚੋਂ ਕਿ ਹਾਂਜੀ ਉਹਦੀ ਛੇਤੀ ਰਿਹਾਈ ਹੋਵੇ ਤੇ ਅਸੀਂ ਉਹਨੂੰ ਲੈ ਕੇ ਆਏ, ਤਾਂ ਉਹਨੂੰ ਸਿੱਖ ਪੰਥ ਕਦੇ ਪ੍ਰਵਾਨ ਨਹੀਂ ਕਰੂਗਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਉਹਦੀ ਇਹ ਰਿਕਾਰਡਿੰਗ ਹੋ ਰਹੀ ਸੀ, ਜਦੋਂ ਉਹ ਅਰਦਾਸ ਕਰ ਰਿਹਾ ਸੀ, ਉਹ ਤੋਂ ਪਹਿਲਾਂ ਵੀ ਇੱਕ ਉਹਦੀ ਆਪਣੀ ਜਿਹੜੀ ਹੈਗੀ ਵੀਡੀਓ ਆਈ ਸੀਗੀ, ਲੇਕਿਨ ਉਸ ਵੀਡੀਓ ਦੇ ਵਿੱਚ ਉਹਦੇ ਸਿਰਫ ਸਧਾਰਨ ਕੱਪੜੇ ਪਾਏ ਸੀ, ਸਧਾਰਨ ਲਿਬਾਸ ਦੇ ਵਿੱਚ ਸੀ। ਦੁਬਾਰਾ ਫਿਰ ਜਿਹੜੀ ਹੈਗੀ ਹੈ, ਕਿਉਂਕਿ ਇਹ ਇੱਕ TV ਚੈਨਲ ਨੂੰ ਦਿੱਤੀ ਗਈ, ਕਿਹਾ ਗਿਆ ਕਿ ਤੁਸੀਂ ਇਹਨੂੰ ਪ੍ਰਸਾਰਿਤ ਕਰ ਦਿਓ,
ਟੀਵੀ ਚੈਨਲ ਵਾਲਿਆਂ ਨੇ ਕਿਹਾ ਵੀ ਇਹ ਯਾਰ ਠੀਕ ਨਹੀਂ, ਇਹਦੀ ਜਿਹੜੀ ਵੀਡੀਓ ਕੋਈ ਬਹੁਤ ਹੀ ਵਧੀਆ ਨਹੀਂ, ਇਹ ਪੂਅਰ ਹੈ ਇਹ। ਅੱਛਾ ਜੀ। ਹਾਂ, ਉਹਨਾਂ ਨੇ ਕਿਹਾ ਕਿ ਦੁਬਾਰਾ ਉਹਦੀ ਵੀਡੀਓ ਫਿਰ ਬਣਾਈ ਜਾਵੇ। ਫਿਰ ਬੀਜੇਪੀ ਦੇ ਲੀਡਰ ਸੁਖਪਾਲ ਸਿੰਘ ਸਰਾਹ ਨੇ ਕਿਹਾ ਕਿ ਕੱਲ੍ਹ ਮਾਰਨਿੰਗ ਆਪਾਂ ਚੱਲਦੇ ਹਾਂ ਅਤੇ ਕੱਲ੍ਹ ਫਿਰ ਆਪਾਂ ਉਹਦੀ ਜਾ ਕੇ ਬਣਾਉਣੇ ਆ, ਵੀਡੀਓਗ੍ਰਾਫੀ ਕਰਦੇ ਹਾਂ। ਨੈਕਸਟ ਡੇ ਫਿਰ ਉੱਥੇ ਚਲੇ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਬਕਾਇਦਾ ਵੀਡੀਓਗ੍ਰਾਫੀ ਕੀਤੀ। ਇਕੱਲੀ ਵੀਡੀਓਗ੍ਰਾਫੀ ਨਹੀਂ ਕੀਤੀ, ਸਗੋਂ ਉਹ ਜਿਹੜਾ ਅਰਦਾਸ ਕਰਨ ਵਾਲਾ ਸਿੰਘ ਸੀ ਉਹਦੇ ਕੱਪੜੇ ਚੇਂਜ ਕਰਵਾਏ ਗਏ। ਉਹਦੇ ਜਿਹੜਾ ਹੈਗਾ ਜਿਹੜਾ ਜਿਵੇਂ ਕਹਿੰਦੇ ਆਪਾਂ ਚੋਲਾ ਪਾਇਆ ਗਿਆ, ਨੀਲਾ ਚੋਲਾ ਪਾਇਆ ਗਿਆ। ਹਾਂਜੀ ਹਾਂਜੀ। ਔਰ ਉਹਦੇ ਹੱਥ ਦੇ ਵਿੱਚ ਬਰਸ਼ਾ ਵੀ ਫੜਿਆ ਹੋਇਆ ਜੀ। ਉਹਦੇ ਗਲ ਦੇ ਵਿੱਚ ਜਿਹੜਾ ਹੈਗਾ ਸਰੋਪਾ ਸਾਹਿਬ ਵੀ ਪਾਇਆ ਹੋਇਆ, ਸਰੋਪਾ ਸਾਹਿਬ ਉਹ ਵੀ ਪਾਇਆ ਹੋਇਆ। ਉਸ ਬੰਦੇ ਨੂੰ ਮਤਲਬ ਇਸ ਤਰ੍ਹਾਂ ਖੜਾ ਕਰਕੇ ਉਹਦੀ ਵੀਡੀਓਗ੍ਰਾਫੀ ਕਰਵਾਈ ਗਈ। ਫਿਰ ਉਹ ਇੱਕ ਟੀਵੀ ਚੈਨਲ ਤੇ ਚੱਲਦੀ ਹੈ। ਔਰ ਟੀਵੀ ਚੈਨਲ ਕਿਹੜਾ ਹੈ? ਟੀਵੀ ਚੈਨਲ ਹੈ ਅੰਬਾਨੀਆਂ ਦਾ। ਜਿਹੜੇ ਅੰਬਾਨੀਆਂ ਦੀ ਖਾਤਰ ਇਹ ਸਾਰਾ ਕੁਛ ਕੀਤਾ ਜਾ ਰਿਹਾ। ਕਿਸਾਨਾਂ ਦੀਆਂ ਜਾਇਦਾਦਾਂ ਖੋਹੀਆਂ ਜਾ ਰਹੀਆਂ ਅੰਬਾਨੀਆਂ ਅਦਾਨੀਆਂ ਦੀ ਖਾਤਰ। ਉਸ ਟੀਵੀ ਚੈਨਲ ਤੋਂ ਉਹ ਜਿਹੜੀ ਖਬਰ ਪ੍ਰਸਾਰਿਤ ਹੁੰਦੀ ਹੈ ਤੇ ਨਤੀਜਾ ਕੀ ਹੋਇਆ ਕਿ ਸਾਰੀ ਦੁਨੀਆ ਦੇ ਵਿੱਚ ਬਾਂਹ ਹੋ ਗਈ, ਸਾਰੀ ਦੁਨੀਆ ਦੇ ਵਿੱਚ ਉਹ ਵਾਇਰਲ ਹੋ ਗਈ। ਇਸ ਵੇਲੇ ਜਿਹੜਾ ਉਹ ਗ੍ਰੰਥੀ ਸਿੰਘ ਹੈ ਉਹਦੇ ਉੱਤੇ ਕੇਸ ਰਜਿਸਟਰ ਹੋਇਆ ਵਾ। ਉਹ ਪੁਲਿਸ ਰਿਮਾਂਡ ਦੇ ਵਿੱਚ ਸੀ। ਅੱਜ ਉਹਨੂੰ ਪੁਲਿਸ ਅਦਾਲਤ 'ਚ ਪੇਸ਼ ਕਰਨਾ ਸੀ, ਸ਼ਾਇਦ ਉਹਦਾ ਜੁਡੀਸ਼ੀਅਲ ਰਿਮਾਂਡ ਹੋ ਜੇ। ਹੁਣ ਅਗਲੀ ਗੱਲ ਜੇ ਇੱਥੇ ਮੁੱਕ ਜਾਂਦੀ ਠੀਕ ਸੀ, ਪਰ ਜਦੋਂ ਇਹ ਸਾਰਾ ਕੁਛ ਹੋ ਗਿਆ, ਚੱਲ ਪਈ ਇਹ ਕੇਸ ਤੇ ਕੇਸ ਰਜਿਸਟਰ ਹੋ ਗਿਆ, ਉਸੇ ਵੇਲੇ ਉਹੀ ਸੁਖਪਾਲ ਸਿੰਘ ਸਰਾਹ ਜਿਹੜਾ ਬੀਜੇਪੀ ਦਾ ਸੈਕਟਰੀ ਹੈ, ਨਿਊਜ਼ 18 ਦੇ ਜਿਹੜੇ ਕੈਮਰਾਮੈਨ ਨੂੰ ਲੈ ਕੇ ਉੱਥੇ ਜਾਂਦਾ ਮੌਕੇ 'ਤੇ, ਜਿਹਨੇ ਸਾਰੀ ਵੀਡੀਓਗ੍ਰਾਫੀ ਕਰਵਾਈ ਹੈ, ਉਹ ਸੁਖਪਾਲ ਸਰਾਹ ਫਿਰ ਇੱਕ ਕੰਪਲੇਂਟ ਭੇਜਦਾ ਹੈ। ਕੰਪਲੇਂਟ ਕਿਹਨੂੰ ਭੇਜਦਾ? ਉਹ ਭੇਜਦਾ ਆਪਣੇ ਜਿਹੜੇ SC ST ਕਮਿਸ਼ਨ ਦੇ ਚੇਅਰਮੈਨ ਹੈਗੇ ਉਹਨਾਂ ਨੂੰ ਭੇਜਦਾ ਹੈ। ਅੱਛਾ ਜੀ। ਚੇਅਰਮੈਨ ਸਾਹਿਬ ਦੇ ਕੋਲੇ ਜਿਹੜੀ ਹੈਗੀ ਕੰਪਲੇਂਟ ਜਾਂਦੀ ਹੈ। ਚੇਅਰਮੈਨ ਸਾਹਿਬ ਵਿਜੇ ਸਾਂਪਲਾ ਜੀ ਹੈ ਜੀ। ਔਰ ਵਿਜੇ ਸਾਂਪਲਾ ਜੀ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਆਏ ਤੇ ਅੰਮ੍ਰਿਤਸਰ ਆ ਕੇ ਵਿਜੇ ਸਾਂਪਲਾ ਜੀ ਨੇ ਕਿਹਾ ਕਿ ਜੀ ਇੱਕ ਦਲਿਤ ਆਗੂ ਤੇ ਜਿਹੜਾ ਕੇਸ ਰਜਿਸਟਰ ਕੀਤਾ ਇਹ ਗਲਤ ਹੈ। ਨਾਲ ਉਹਨਾਂ ਨੇ ਇਹ ਗਲਾ ਸਵਾਲ ਉਠਾਤਾ ਕਿ ਜਦੋਂ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਸੀ, ਉਦੋਂ ਜਿਹੜੀ ਹੈਗੀ ਬੇਅਦਬੀ ਦਾ ਕੇਸ ਦਰਜ ਕਿਉਂ ਨਹੀਂ ਕੀਤਾ? ਕੈਪਟਨ ਸਰਕਾਰ ਨੇ ਹੁਣ ਬੇਅਦਬੀ ਦਾ ਕੇਸ ਦਰਜ ਕਿਉਂ ਕੀਤਾ? ਅਸਲ ਬੇਅਦਬੀ ਨਹੀਂ, ਇਹ ਭਾਵਨਾਵਾਂ ਭੜਕਾਉਣ ਦਾ ਕੇਸ ਹੈ। ਹਾਂਜੀ, ਕਿਉਂਕਿ ਭਾਵਨਾਵਾਂ ਭੜਕਾਉਣੀਆਂ ਜਦੋਂ ਤੁਸੀਂ ਜਿਸ ਬੰਦੇ ਨੂੰ ਪੰਥ ਚੋਂ ਛੇਕਿਆ ਤੇ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਤੁਸੀਂ ਗੁਰੂ ਘਰ ਦੇ ਵਿੱਚੋਂ ਕਰੋਗੇ, ਉਹਦੀ ਤੁਸੀਂ ਚੰਗੀ ਉਹਦੇ ਲਈ ਕਾਮਨਾ ਕਰੋਗੇ ਗੁਰੂ ਘਰ ਦੇ ਵਿੱਚੋਂ, ਤਾਂ ਇਹ ਇੱਕ ਭਾਵਨਾਵਾਂ ਉਤੇਜਿਤ ਕਰਨ ਵਾਲਾ ਮੁੱਦਾ ਹੈ। ਇਸ ਕਰਕੇ ਉਹਦੇ ਖਿਲਾਫ ਕੇਸ ਰਜਿਸਟਰ ਹੋਇਆ। ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਹੁਣ ਕਿਉਂਕਿ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ, ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਇੱਕ ਮੈਮੋਰੰਡਮ ਦੇ ਦਿੱਤਾ ਪੁਲਿਸ ਨੂੰ। ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਗੱਲ ਇੱਥੇ ਨਹੀਂ ਰੁਕਦੀ, ਸਗੋਂ ਇਹਦੀ ਥਾਰੋ ਪੜਤਾਲ ਕਰੋ, ਇਹਦੇ ਵਿੱਚ 120 ਵੀ ਲਾਓ, ਇਹਦੇ ਨਾਲ ਜਿਹੜੇ ਹੋਰ ਲੋਕ ਜੁੜੇ ਹੋਏ ਆ ਉਹਨਾਂ ਨੂੰ ਵੀ ਕਰੋ, ਕਿਉਂਕਿ ਇਹ ਇੱਕ ਸਾਜ਼ਿਸ਼ ਹੈ। ਕੌਂਸਪੀਰੇਸੀ ਇਹਦੇ ਵਿੱਚ ਸਾਬਤ ਹੁੰਦੀ ਹੈ ਕਿ ਪਹਿਲਾਂ ਸਿੰਪਲ ਕੱਪੜਿਆਂ ਦੇ ਵਿੱਚ, ਸਿੰਪਲ ਲਿਬਾਸ ਦੇ ਵਿੱਚ ਵੀਡੀਓ ਬਣਵਾਈ ਗਈ, ਫਿਰ ਇੱਕ ਵਿਸ਼ੇਸ਼ ਲਿਬਾਸ ਦੇ ਵਿੱਚ ਵੀਡੀਓ ਬਣਵਾਈ ਗਈ ਔਰ ਉਹਦੀ ਰਿਕਾਰਡਿੰਗ ਕਰਵਾ ਕੇ ਉਸ ਵੀਡੀਓ ਨੂੰ ਫਿਰ ਪ੍ਰਸਾਰਿਤ ਕੀਤਾ ਗਿਆ। ਫਿਰ SC ST ਕਮਿਸ਼ਨ ਨੂੰ ਕੰਪਲੇਂਟ ਭੇਜੀ ਗਈ ਕਿ ਇਸ ਬੰਦੇ ਦੇ ਉੱਤੇ ਕੇਸ ਰਜਿਸਟਰ ਕਿਉਂ ਹੋ ਜੇ, ਔਰ ਫਿਰ SC ST ਕਮਿਸ਼ਨ ਦਾ ਚੇਅਰਪਰਸਨ ਜਿਹੜਾ ਹੈਗਾ ਉਹ ਕਹਿੰਦਾ ਜੀ ਬਹੁਤ ਮਾੜੀ ਗੱਲ ਹੋਈ ਹੈ, ਤਾਂ ਨਹੀਂ ਹੋਣਾ ਚਾਹੀਦਾ ਸੀ। ਔਰ ਉਹ ਜ਼ਿਲ੍ਹਾ ਪੁਲਿਸ ਤੋਂ ਰਿਪੋਰਟ ਵੀ ਮੰਗਦਾ ਕਿ ਤੁਸੀਂ ਆਪਣਾ ਜਵਾਬ ਦਿਓ। ਇਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖੀਏ ਤੇ ਹੁਣ ਜਦੋਂ ਪੁਲਿਸ ਨੇ ਤਫਤੀਸ਼ ਤੇਜ਼ ਕਰਤੀ ਤੇ ਉਸੇ ਭਾਜਪਾ ਆਗੂ ਨੇ ਪੰਜਾਬ ਦੇ DGP ਨੂੰ, ਪੰਜਾਬ ਦੇ ਚੀਫ ਸੈਕਟਰੀ ਨੂੰ, ਵੱਖ-ਵੱਖ ਜਿਹੜੇ ਹੈਗੇ ਨਿਆਇਕ ਅਧਿਕਾਰੀ, ਵੱਡੇ ਅਫਸਰ, ਉਹਨਾਂ ਨੂੰ ਫਿਰ ਉਹਨੇ ਕੰਪਲੇਂਟਸ ਭੇਜਤੀਆਂ। ਉਹ ਹੁਣ ਉਹਨੇ ਕਿਹਾ ਜੀ ਕਿ ਪੁਲਿਸ ਮੈਨੂੰ ਝੂਠੇ ਕੇਸ ਦੇ ਵਿੱਚ ਜਿਹੜੀ ਇਹ ਕੇਸ ਨੂੰ ਕਹਿੰਦਾ ਝੂਠਾ ਕੇਸ ਹੈ ਔਰ ਇਸ ਕੇਸ ਦੇ ਵਿੱਚ ਮੈਨੂੰ ਫਸਾਉਣਾ ਚਾਹੁੰਦੀ ਹੈ। ਇਹ ਉਹਨੇ ਇੱਕ ਨਵਾਂ ਸ਼ਗੂਫਾ ਛੱਡਿਆ। ਸਵਾਲ ਇਹ ਪੈਦਾ ਹੁੰਦਾ ਕਿ ਹਰ ਥਾਂ ਦੇ ਉੱਤੇ ਜਦੋਂ ਉਹ ਆਪਣੇ ਆਪ ਸਬੂਤ ਦੇਈ ਜਾਂਦਾ, ਆਪਦੀ ਇਨਵੋਲਵਮੈਂਟ ਹਰ ਥਾਂ ਦੇ ਉੱਤੇ ਉਹ ਦੱਸੀ ਜਾਂਦਾ, ਤੇ ਹੁਣ ਵੀ ਉਹਨੇ ਦੱਸਦਾ ਕਿ ਉਹਦੀ ਇਨਵੋਲਵਮੈਂਟ ਹੈ। ਤੇ ਇਹਨੂੰ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਹੈ ਵੀ ਜਿਸ ਕਿਸਮ ਦੇ ਹਾਲਾਤ ਪੈਦਾ ਹੋਏ ਵੀ ਹੈ, ਜਿਵੇਂ ਵੱਖ-ਵੱਖ ਥਾਵਾਂ ਤੋਂ ਹੁਣ ਰਿਪੋਰਟਾਂ ਆ ਰਹੀਆਂ, ਤੁਸੀਂ ਦੇਖਿਆ ਹੋਣਾ ਕੱਲ੍ਹ ਮੋਗਾ ਪੁਲਿਸ ਨੇ ਕੁਝ ਬੰਦਿਆਂ ਨੂੰ ਫੜੇ ਔਰ ਉਹਨਾਂ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਬੇਅਦਬੀ ਦੇ ਦੋਸ਼ ਦੇ ਵਿੱਚ, ਹਾਲਾਂਕਿ ਦੋਸ਼ ਅਜੇ ਸਾਬਤ ਨਹੀਂ ਹੋਇਆ ਸੀ, ਸ਼ੱਕ ਸੀ, ਕੋਈ ਸ਼ੱਕ ਦੇ ਆਧਾਰ ਦੇ ਉੱਤੇ ਭਗਤਾ ਭਾਈਕੇ ਦਾ ਇੱਕ ਡੇਰਾ ਪ੍ਰੇਮੀ ਕਤਲ ਕਰਤਾ ਸੀ ਔਰ ਕੁਝ ਹੋਰ ਕਤਲ ਵੀ ਹੋਏ। ਜਿਹੋ ਜਿਹੇ ਹਾਲਾਤ ਬਣੀ ਜਾਂਦੇ ਹੈ, ਇਹਨਾਂ ਹਾਲਾਤਾਂ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਅੱਗ ਭੜਕ ਸਕਦੀ ਹੈ। ਜਦੋਂ ਤੁਸੀਂ ਅੱਗ ਭੜਕਾਉਣ ਦਾ ਯਤਨ ਕਰੋਗੇ ਤਾਂ ਇਹਦੇ ਨਾਲ ਤਾਂ ਬਹੁਤ ਕੁਝ ਹੋਰ ਲੱਗਦਾ ਹੈ। ਜੇ ਕਿਸੇ BJP ਦੀ ਸਟੇਟ ਦੇ ਵਿੱਚ ਇਹੀ ਕੰਮ ਕਿਸੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਬੰਦੇ ਨੇ ਕੀਤਾ ਹੁੰਦਾ, ਕਿਸੇ ਸਿੱਖ ਨੇ ਕੀਤਾ ਹੁੰਦਾ ਜਾਂ ਮੁਸਲਮਾਨ ਨੇ ਕੀਤਾ ਹੁੰਦਾ, ਤਾਂ ਉਹਦੇ ਤੇ ਦੇਸ਼ ਧਰੋਹੀ ਦਾ ਕੇਸ ਵੀ ਲੱਗਿਆ ਹੁੰਦਾ, ਉਹਦੇ ਤੇ ਦੇਸ਼ ਧਰੋਹੀ ਦਾ ਕੇਸ, ਉਹਦੇ UAPA ਵੀ ਲੱਗੀ ਹੁੰਦੀ, ਅਨਲਾਫੁਲ ਐਕਟੀਵਿਟੀਜ਼ ਦਾ ਕੇਸ ਵੀ ਬਣਿਆ ਹੁੰਦਾ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਇਹ ਜਿਹੜਾ ਹੈਗਾ, ਇਹ ਜਿਹੜਾ ਜੰਜਾਲ ਬੁਣਿਆ ਸੀ
ਉਹ ਜੰਜਾਲ ਦੇ ਵਿੱਚ ਜਿਹੜਾ ਮੱਕੜ ਜਾਲ ਉਹਨੇ ਬੁਣਿਆ ਸੀ, ਉਸ ਮੱਕੜ ਜਾਲ ਦੇ ਵਿੱਚ ਇਕੱਲਾ ਆਪ ਫਸ ਨਹੀਂ ਰਿਹਾ, ਸਗੋਂ ਆਪਣੇ ਆਪ ਹੀ ਉਹਨੂੰ ਬੇਨਕਾਬ ਵੀ ਕਰਤਾ ਜੀ, ਉਹਨੂੰ ਉਹਨੇ ਨੰਗਾ ਕਰਤਾ ਕਿ ਅਸੀਂ ਆਹ ਕੁਛ ਕੀਤਾ ਹੈ ਜੀ। ਜੀ ਸੋ ਇਹ ਹੋਈ ਭਾਰਤੀ ਜਨਤਾ ਪਾਰਟੀ ਦੀ ਗੱਲ, ਜਿਹੜੀ ਦੇਸ਼ ਦੇ ਉੱਤੇ ਰਾਜ ਕਰ ਰਹੀ ਹੈ, ਕਾਬਜ਼ ਹੈ ਦੇਸ਼ ਦੀ ਸੱਤਾ ਦੇ ਉੱਤੇ, ਜਿਹਨੂੰ ਚਲਾ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਸੋ ਉਹਨਾਂ ਦੇ ਹੰਝੂ, ਉਹਨਾਂ ਦੀ ਕੀ ਹਕੀਕਤ ਹੈ ਜੀ? ਦੇਖੋ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਦੇਖੀਏ, ਜਦੋਂ ਦਾ ਹੀ ਕਰੋਨਾ ਦੀ ਪਹਿਲੀ ਲਹਿਰ ਆਈ ਹੈ ਜੀ, ਕਰੋਨਾ ਦੀ ਪਹਿਲੀ ਲਹਿਰ ਨੇ ਨੁਕਸਾਨ ਭਾਵੇਂ ਬਹੁਤ ਕੀਤਾ, ਲੇਕਿਨ ਭਾਰਤ ਦੇ ਲੋਕਾਂ ਨੇ ਆਪਣੀ ਸਰਕਾਰ ਨੂੰ, ਸੂਬਾਈ ਸਰਕਾਰਾਂ ਨੂੰ ਸਹਿਯੋਗ ਦਿੱਤਾ। ਜਿਵੇਂ ਜਿਵੇਂ ਭਾਰਤ ਦੇ ਲੋਕਾਂ ਨੂੰ ਐਡਵਾਈਸ ਮਿਲੀ, ਉਸ ਐਡਵਾਈਸ ਦੇ ਮੁਤਾਬਕ ਚੱਲੇ ਅਤੇ ਆਪਾਂ ਮਤਲਬ ਕਾਫੀ ਛੇਤੀ ਹੈ ਜਿਹੜਾ ਕਰੋਨਾ ਦੀ ਮਹਾਂਮਾਰੀ ਜਿਹੜੀ ਸੀ ਉਹਦਾ ਮੁਕਾਬਲਾ ਕਰਕੇ ਉਹਦੇ ਵਿੱਚੋਂ ਕਿਸੇ ਹੱਦ ਤੱਕ ਸੁਰੱਖਿਅਤ ਹੋ ਗਏ ਸਾਂ ਜੀ। ਉਸ ਵੇਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਭਾਵੇਂ ਆਪ ਨਹੀਂ ਸੀ ਬੋਲੇ, ਲੇਕਿਨ ਉਹਨਾਂ ਦੀ ਪਾਰਟੀ ਨੇ ਇੱਕ ਰੈਜੂਲੇਸ਼ਨ ਪਾਸ ਕਰ ਦਿੱਤਾ ਸੀ, ਇਹ ਕਹਿ ਦਿੱਤਾ ਸੀ ਕਿ ਨਰਿੰਦਰ ਮੋਦੀ ਸਾਹਿਬ ਨੇ ਜਿਹੜੀ ਹੈ ਕਰੋਨਾ ਦੇ ਉੱਤੇ ਵਿਕਟਰੀ ਹਾਸਲ ਕਰ ਲਈ ਹੈ ਜੀ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਸੈਕੰਡ ਵੇਵ ਹੋਰ ਆ ਰਹੀ ਹੈ ਔਰ ਸੈਕੰਡ ਵੇਵ ਦੀ ਤਿਆਰੀ ਕਰਨੀ ਚਾਹੀਦੀ ਹੈ, ਲੇਕਿਨ ਸਾਡੀ ਜਿਹੜੀ ਹੈਗੀ ਹੈ ਸਰਕਾਰ ਉਹਨੇ ਤਿਆਰੀ ਨਹੀਂ ਸੀ ਕੀਤੀ ਜੀ। ਕੋਵਾਸ਼ੀਲਡ ਅਸੀਂ ਬਣਾ ਲਈ, ਵੈਕਸੀਨ ਅਸੀਂ ਕੋਵੈਕਸਿਨ ਬਣਾ ਲਈ। ਕੋਵਾਸ਼ੀਲਡ ਤਾਂ ਬਾਹਰੋਂ ਆਈ ਵੀ ਹੈ, ਕੋਵੈਕਸਿਨ ਵੀ ਸ਼ਾਇਦ ਕਿਤੋਂ ਬਾਹਰੋਂ ਕੋਈ ਫਾਰਮੂਲਾ ਲਿਆ ਹੋਵੇ। ਔਰ ਉਸ ਵੇਲੇ ਇਹ ਲੋੜ ਸੀ ਕਿ ਅਸੀਂ ਵੱਡੇ ਤੋਂ ਵੱਡਾ ਸਟਾਕ ਹੈ ਜਿਹੜਾ ਉਹ ਬਣਾ ਕੇ ਰੱਖਦੇ, ਤਾਂ ਕਿ ਲੋੜ ਜਿਵੇਂ ਜਿਵੇਂ ਮਤਲਬ ਆਪਣੇ ਬੰਦਿਆਂ ਨੂੰ ਅਸੀਂ ਉਹ ਵੈਕਸੀਨ ਦੇਈਏ, ਉਹਨਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ ਅਤੇ ਲੋਕਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਅਮਰੀਕਾ ਦੀ ਸਥਿਤੀ ਸਾਡੇ ਸਾਹਮਣੇ, ਟਰੰਪ ਸਾਹਿਬ ਦੇ ਜ਼ਮਾਨੇ ਦੇ ਵਿੱਚ ਉਹ ਨਾ ਆਪਣਾ ਮਾਸਕ ਦੇ ਹੱਕ ਵਿੱਚ ਸੀ ਕਿ ਮਾਸਕ ਲਾਇਆ ਜਾਵੇ, ਅਤੇ ਨਾ ਹੀ ਉਹ ਕੋਈ ਬਹੁਤੀਆਂ ਦਵਾਈਆਂ ਬੂਟੀਆਂ ਦੇ ਹੱਕ ਵਿੱਚ ਸੀ। ਇਹ ਠੀਕ ਹੈ ਕਿ ਜਦੋਂ ਜ਼ਿਆਦਾ ਹਾਲਾਤ ਖਰਾਬ ਹੋ ਗਏ, ਉਦੋਂ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਹਿ ਕੇ ਕਲੋਰੋਕੀਨ ਵਗੈਰਾ ਮੰਗਾ ਲਈ ਸੀ ਅਤੇ ਉਹ ਦੇਣੀ ਸ਼ੁਰੂ ਕਰ ਦਿੱਤੀ ਸੀ। ਲੇਕਿਨ ਸਾਡੇ ਜਦੋਂ ਇਹ ਕਿਹਾ ਗਿਆ ਕਿ ਜੀ ਇਹਦੀ ਲੋੜ ਹੈਗੀ ਅਤੇ ਵੈਕਸੀਨੇਸ਼ਨ ਕਰਨੀ ਚਾਹੀਦੀ ਹੈ, ਬਾਅਦ ਦੇ ਵਿੱਚ ਆਪਾਂ ਦੇਖੀਏ ਕਿ ਜੋ ਬਾਈਡਨ ਸਾਹਿਬ ਆ ਗਏ ਅਤੇ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਵੈਕਸੀਨੇਸ਼ਨ ਕਰਵਾਈ ਔਰ ਉੱਥੇ ਅਮਰੀਕਾ ਦੀ ਸਥਿਤੀ ਠੀਕ ਹੋ ਗਈ। ਸਾਡੀ ਸਰਕਾਰ ਨੂੰ ਚਾਹੀਦਾ ਸੀ ਕਿ ਇਹਨਾਂ ਦੇ ਕੋਲੇ ਜਿਹੜਾ ਸਟਾਕ ਸੀ, ਇਹ ਸਟਾਕ ਜਮ੍ਹਾਂ ਕਰਦੇ ਔਰ ਇਹ ਆਪਣੇ ਲੋਕਾਂ ਵੱਲ ਧਿਆਨ ਦਿੰਦੇ, ਲੇਕਿਨ ਅਸੀਂ ਉਦੋਂ ਵਾਹਵਾ ਖੱਟਣ ਵਾਸਤੇ ਅਤੇ ਬਾਹਰਲੀ ਦੁਨੀਆ ਨੂੰ ਬਚਾਉਣ ਤੁਰ ਪਏ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਤਾਂ ਹੋ ਗਏ, ਹੁਣ ਵੈਸੇ ਤਾਂ ਵਿਕਟਰੀ ਹਾਸਲ ਕਰ ਲਈ ਹੈ ਅਤੇ ਅਸੀਂ ਬਾਕੀ ਦੁਨੀਆ ਦੀ ਮਦਦ ਕਰਦੇ ਹਾਂ। ਇਹਦਾ ਨਤੀਜਾ ਜਿਹੜਾ ਹੋ ਗਿਆ, ਭਾਰਤ ਦੀ ਸਥਿਤੀ ਬੜੀ ਜਿਹੜੀ ਹੈਗੀ ਹੈ ਭਿਆਨਕ ਹੋ ਗਈ। ਹੁਣ ਤੱਕ ਦਾ ਜਿਹੜਾ ਅੰਕੜਾ 3 ਲੱਖ ਤੋਂ ਉੱਪਰ ਜਾਨਾਂ ਜਾ ਚੁੱਕੀਆਂ। ਕੋਈ ਪਿੰਡ ਨਹੀਂ, ਕੋਈ ਸ਼ਹਿਰ ਨਹੀਂ ਜਿੱਥੇ ਤੁਹਾਨੂੰ ਕਰੋਨਾ ਦੇ ਪੇਸ਼ੈਂਟ ਨਾ ਮਿਲਣ। ਜਿਹੜੀ ਗੰਗਾ ਨੂੰ ਇੱਕ ਪਵਿੱਤਰ ਗੰਗਾ ਸਮਝਿਆ ਜਾਂਦਾ ਸੀ, ਉਸ ਗੰਗਾ ਦੇ ਵਿੱਚ ਅੱਜ ਕੱਲ੍ਹ ਲਾਸ਼ਾਂ ਤੈਰਦੀਆਂ ਫਿਰਦੀਆਂ ਜੀ। ਬਿਲਕੁਲ, ਉਹਦੇ ਕਿਨਾਰਿਆਂ ਦੇ ਉੱਤੇ JCB ਮਸ਼ੀਨਾਂ ਦੇ ਨਾਲ ਟੋਏ ਪੱਟ ਕੇ ਲਾਸ਼ਾਂ ਨੂੰ ਦਫਨਾਇਆ ਜਾ ਰਿਹਾ ਹੈ। ਉਦੋਂ ਭੁੱਲ ਜਾਂਦੇ ਅਸੀਂ ਕਿ ਸਾਡੀਆਂ ਰਹੁ ਰੀਤਾਂ ਕੀ ਹੈ, ਕਿ ਅਸੀਂ ਦਾ ਸੰਸਕਾਰ ਕਰਨਾ ਹੁੰਦਾ ਸੀ, ਦਫਨਾਉਣੇ ਕਿਉਂ? ਇਹ ਹਾਲਾਤ ਜਿਹੜੇ ਇੰਨੇ ਮਾੜੇ ਹੋਏ ਵੇ ਹੈ। ਇਹਨਾਂ ਮਾੜੇ ਹੁੰਦੇ ਹਾਲਾਤਾਂ ਦੇ ਉੱਤੇ ਆਪੋਜੀਸ਼ਨ ਵਾਰ-ਵਾਰ ਰੌਲਾ ਪਾਉਂਦੀ ਰਹੀ ਸੀ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਵਰਚੁਅਲ ਐਡਰੈਸ ਕੀਤਾ ਸੀ ਜਿਹੜੇ ਫਰੰਟ ਲਾਈਨ ਦੇ ਯੋਧੇ ਆ ਵਾਰਾਣਸੀ ਦੇ, ਕਿਉਂਕਿ ਵਾਰਾਣਸੀ ਉਹਨਾਂ ਦੀ ਪਾਰਲੀਮਾਨੀ ਸੀਟ ਹੈ, ਉੱਥੋਂ ਚੁਣ ਕੇ ਆਏ ਹੈ। ਪਹਿਲਾਂ ਵੀ ਵਾਰਾਣਸੀ ਤੋਂ MP ਬਣੇ ਸੀ, ਹੁਣ ਵੀ ਉਹ ਵਾਰਾਣਸੀ ਤੋਂ MP ਬਣੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜੀ। ਵਾਰਾਣਸੀ ਦੇ ਯੋਧਿਆਂ ਨੂੰ ਜਿਹੜੇ ਹੈ ਫਰੰਟ ਲਾਈਨ ਦੇ ਵਰਕਰ ਹੈ, ਉਹਨਾਂ ਨੂੰ ਐਡਰੈਸ ਕਰਨ ਲੱਗੇ। ਉਹਨਾਂ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਕਿ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ, ਤੁਸੀਂ ਆਪਣੀਆਂ ਜਾਨਾਂ ਜੋਖਮ 'ਚ ਪਾ ਰਹੇ ਹੋ। ਅਤੇ ਫਿਰ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਸਾਡੇ ਸੱਜਣ ਪਿਆਰੇ ਆ ਜਿਹੜੇ ਇਸ ਦੁਨੀਆ ਦੇ ਵਿੱਚੋਂ ਰੁਖਸਤ ਹੋ ਗਏ ਹੈ, ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ। ਅਤੇ ਇਹ ਗੱਲ ਕਰਦਿਆਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦਾ ਗਲ ਜਿਹੜਾ ਹੈਗਾ ਗਲਾ ਭਰਿਆ ਅਤੇ ਫਿਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਜੀ। ਹੁਣ ਇਹਨਾਂ ਹੰਝੂਆਂ ਦਾ ਅਰਥ ਕੀ ਹੈ? ਇਹ ਹੰਝੂਆਂ ਦਾ ਅਰਥ ਇਹ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਆਪਣੀ ਅਸਫਲਤਾ ਹੈ, ਉਸ ਅਸਫਲਤਾ ਨੂੰ ਹੰਝੂਆਂ ਦੇ ਵਿੱਚ ਲੁਕਾਉਣਾ ਚਾਹੁੰਦੇ, ਉਹ ਹੰਝੂਆਂ ਦੇ ਵਿੱਚ ਪਾਉਣਾ ਚਾਹੁੰਦੇ ਕਿ ਜਾਂ ਵਾਕਈ ਉਹਨਾਂ ਦਾ ਦਿਲ ਜਿਹੜਾ ਹੈਗਾ ਇੰਨਾ ਪਸੀਜ ਗਿਆ। ਜੇ ਉਹਨਾਂ ਦਾ ਦਿਲ ਇੰਨਾ ਪਸੀਜਿਆ ਹੁੰਦਾ ਤਾਂ ਜ਼ਰੂਰ ਉਹਨਾਂ ਦੇ ਘਰ ਤੋਂ ਜਿਹੜੇ 30-35 ਕਿਲੋਮੀਟਰ 'ਤੇ ਬੈਠੇ ਕਿਸਾਨ ਹੈ, ਉਹਨਾਂ ਬਾਰੇ ਵੀ ਸੋਚਦੇ ਕੁਛ ਕਿ 6 ਮਹੀਨੇ ਤੋਂ ਉਹ ਬੈਠੇ ਆ, ਉਹਨਾਂ ਬਾਰੇ ਤਾਂ ਉਹਨੇ ਕੁਛ ਸੋਚਿਆ ਨਹੀਂ ਜੀ। ਹੁਣ ਮੇਰੇ ਇਹ ਗੱਲ ਯਾਦ ਆਉਂਦੀ ਹੈ, ਇਹ ਜਿਹੜੀ ਪਿੱਛੇ ਪਾਰਲੀਮੈਂਟ ਦਾ ਸੈਸ਼ਨ ਹੋਇਆ ਸੀ, ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਕਿ ਕੋਈ 2 ਸਦਨ ਸਾਡੇ, ਇੱਕ ਲੋਕ ਸਭਾ ਅਤੇ ਇੱਕ ਰਾਜ ਸਭਾ ਹੈ। ਲੋਕ ਸਭਾ ਦੇ ਵਿੱਚ ਤਾਂ ਭਾਵੇਂ ਆਮ ਆਦਮੀ ਪਾਰਟੀ ਦਾ ਭਗਵੰਤ ਸਿੰਘ ਮਾਨ ਇਕੱਲਾ ਹੀ ਹੈ, ਲੇਕਿਨ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ 3 MP ਹੈ। 2 ਤਾਂ ਵਿਚਾਰੇ ਜਿਹੜੇ ਹੈਗੇ ਆ ਉਹ ਗੁਮਨਾਮ ਹੀ ਹੈ, ਪਤਾ ਨਹੀਂ ਕੌਣ ਹੈ ਕੌਣ ਨਹੀਂ, ਉਹਨਾਂ ਦੀ ਕੋਈ ਬਹੁਤੀ ਚਰਚਾ ਨਹੀਂ ਹੁੰਦੀ ਜੀ। ਲੇਕਿਨ ਇੱਕ MP ਜਿਹੜਾ ਹੈਗਾ ਉਹ ਜ਼ਮੀਨ ਨਾਲ ਜੁੜਿਆ ਹੋਇਆ ਜੀ। ਉਹਦੇ 'ਚ ਭਾਵੇਂ ਹੋਰ ਕਮੀਆਂ ਪੇਸ਼ੀਆਂ ਜਿੰਨੀਆਂ ਮਰਜ਼ੀ ਹੁਣ ਅਸੀਂ ਕਰਦੇ ਰਹੇ ਹਾਂ ਅਤੀਤ ਦੇ ਵਿੱਚ ਡਿਸਕਸ, ਲੇਕਿਨ ਹੈ ਵੀ ਉਹ ਪਾਰਲੀਮੈਂਟ ਦੇ ਵਿੱਚ ਠੀਕ ਤਰੀਕੇ ਦੇ ਨਾਲ ਜਿਹੜੀ ਆ ਆਪਣੀ ਜਿਹੜੀ ਗੱਲ ਰੱਖਣ ਦੇ ਸਮਰੱਥ ਹੈ ਅਤੇ ਰੱਖਦਾ ਵੀ ਹੈ। ਉਹਦਾ ਨਾਂ ਹੈ ਸੰਜੇ ਸਿੰਘ।
ਸੰਜੇ ਸਿੰਘ ਨੇ ਕਰੋਨਾ ਦੇ ਉੱਤੇ ਬੋਲਦਿਆਂ ਜਦੋਂ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਤੁਸੀਂ ਧਿਆਨ ਦਿਓ, ਤੁਸੀਂ ਧਿਆਨ ਨਹੀਂ ਦੇ ਰਹੇ, ਤੇ ਫਿਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇੱਕ ਦਿਨ ਆਊਗਾ ਜਦੋਂ ਪ੍ਰਧਾਨ ਮੰਤਰੀ ਆਪਣੀ ਅਸਫਲਤਾ ਨੂੰ ਲੁਕਾਉਣ ਵਾਸਤੇ, ਆਪਣੀ ਅਸਫਲਤਾ ਨੂੰ ਛੁਪਾਉਣ ਵਾਸਤੇ ਪਤਾ ਨਹੀਂ ਕਿਹੜੇ ਵੇਲੇ ਗਲ ਭਰ ਲੈਣ ਤੇ ਕਿਹੜੇ ਵੇਲੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਆ ਜਾਣ। ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਦੇਖੇ ਹੈ, ਉਹ ਸਿਆਸਤਦਾਨ ਕਈ ਵਾਰੀ ਵੈਸੇ ਹੀ ਕੋਈ ਸੁਭਾਅ ਜਿਹੜਾ ਹੁੰਦਾ ਭਾਵਕ ਹੁੰਦਾ ਹੈ, ਉਹਦੇ ਤੋਂ ਕਿਸੇ ਦਾ ਦੁੱਖ ਨਹੀਂ ਜਰਿਆ ਜਾਂਦਾ। ਜਦੋਂ ਉਹ ਬੋਲਣ ਲੱਗਦਾ ਤੇ ਉਹ ਬੋਲਦਿਆਂ ਕਈ ਵਾਰੀ ਭਾਵਕ ਹੁੰਦਾ ਹੈ। ਅਕਸਰ ਤੁਸੀਂ ਦੇਖਦੇ ਹੋਵੋਗੇ ਪੰਜਾਬ ਦੇ ਇੱਕ ਲੀਡਰ ਹੈ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ। ਬਲਵੰਤ ਸਿੰਘ ਰਾਮੂਵਾਲੀਆ ਜਦੋਂ ਕਈ ਵਾਰੀ ਲੋਕਾਂ ਦੀ ਗੱਲ ਕਰਦੇ ਹੈ, ਉਹ ਮਤਲਬ ਉਹਦੇ ਵਿੱਚ ਇੰਨਾ ਬਹਿਨ ਦੇ ਵਿੱਚ ਬੈਠ ਜਾਂਦੇ ਆ ਕਿ ਉਹਨਾਂ ਦਾ ਗਲ ਵੀ ਭਰ ਆਉਂਦਾ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਟਪਕਣ ਲੱਗ ਜਾਂਦੇ। ਲੇਕਿਨ ਬਲਵੰਤ ਸਿੰਘ ਰਾਮੂਵਾਲੀਏ ਦਾ ਤੇ ਜੇ ਆਪਾਂ ਨਰਿੰਦਰ ਮੋਦੀ ਸਾਹਿਬ ਦਾ ਮੁਕਾਬਲਾ ਕਰੀਏ ਤਾਂ ਨਰਿੰਦਰ ਮੋਦੀ ਸਾਹਿਬ ਦੇ ਸਾਹਮਣੇ ਜੋ ਸਾਰੀ ਆਪੋਜੀਸ਼ਨ ਕਹਿ ਰਹੀ ਹੈ ਕਿ ਮੂਹਰੇ ਟੋਏ ਪੱਟੇ ਪਏ ਹੈ, ਆਪਾਂ ਡਿੱਗਾਂਗੇ, ਆਪਣੇ ਦੇਸ਼ ਦੇ ਲੋਕ ਡਿੱਗਣਗੇ, ਮਰਨਗੇ, ਪ੍ਰਧਾਨ ਮੰਤਰੀ ਜੀ ਇਹਨਾਂ ਟੋਇਆਂ ਨੂੰ ਅੱਟ ਦਈਏ, ਇਹਨਾਂ ਟੋਇਆਂ ਨੂੰ ਭਰ ਦਈਏ, ਆ ਸਮੱਸਿਆਵਾਂ ਇਹਨਾਂ ਦਾ ਇਲਾਜ ਕਰ ਰਹੀਏ। ਉਦੋਂ ਇਲਾਜ ਨਹੀਂ ਕਰਦੇ ਤੇ ਜਦੋਂ ਫਿਰ ਸਿਵਿਆਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ, ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਵਾਰੀ ਨਹੀਂ ਆਉਂਦੀ ਤੇ ਬੰਦੇ ਮਰਨੇ ਸ਼ੁਰੂ ਹੋ ਜਾਣ ਤੇ ਫਿਰ ਆਪਦੀ ਅਸਫਲਤਾ ਨੂੰ ਹਿਲਾਉਣ, ਜਿਹੜੀ ਛੁਪਾਉਣ ਵਾਸਤੇ ਅੱਖਾਂ ਦੇ ਵਿੱਚੋਂ ਹੰਝੂ ਟਪਕਾਉਣ ਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਾਹਰ ਹੈ। ਜੀ ਸੋ ਇਹ ਤਾਂ ਹੋਈ ਜੀ ਕਰੋਨਾ ਵਾਇਰਸ ਦੀ ਗੱਲਬਾਤ ਤੇ ਉਸ ਤੋਂ ਬਾਅਦ ਛਾਈ ਮੰਦੀ ਤੇ ਪ੍ਰਧਾਨ ਮੰਤਰੀ ਦਾ ਰੋਣਾ। ਇਸੇ ਦੌਰਾਨ ਆਪਣਾ ਚਰਚਾ ਦੇ ਦੌਰਾਨ ਜ਼ਿਕਰ ਆ ਰਿਹਾ ਸੀ ਕਿਸਾਨ ਮੋਰਚੇ ਦਾ, ਤੇ ਪਤਾ ਲੱਗ ਰਿਹਾ ਜੀ ਕਿ ਕਿਸਾਨ ਮੋਰਚੇ ਨੂੰ 12 ਸਿਆਸੀ ਪਾਰਟੀਆਂ ਵੱਲੋਂ ਹਮਾਇਤ ਮਿਲ ਗਈ ਹੈ। ਸੋ ਕੌਣ ਨੇ ਹਮਾਇਤ ਦੇਣ ਵਾਲੇ ਤੇ ਕੀ ਗੱਲ ਬਣ ਰਹੀ ਹੈ ਜੀ ਇਹ ਸਾਰੀ? ਦੇਖੋ ਜੇ ਇਹਨਾਂ 12 ਪਾਰਟੀਆਂ ਦੀ ਗੱਲ ਕਰੀਏ ਆਪਾਂ ਤੇ 12 ਪਾਰਟੀਆਂ ਉਹ ਹੈ ਜਿਹੜੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਜੀ। ਮੋਟੇ ਤੇ ਆਪਾਂ ਜੇ ਦੇਖੀਏ ਜਿਵੇਂ ਹੁਣ ਇਹਦੇ 'ਚ ਦੇਖੋ ਵੀ ਕਾਂਗਰਸ ਪਾਰਟੀ ਹੈ ਜਿਹਦੀ ਲੀਡਰ ਸੋਨੀਆ ਗਾਂਧੀ ਹੈ ਜੀ, ਜਨਤਾ ਦਲ ਸੈਕੂਲਰ ਹੈ, ਜਨਤਾ ਦਲ ਐਸ ਕਹਿ ਦਿੰਦੇ ਆਪਾਂ ਜਿਹਨੂੰ, ਜਿਹਦੇ ਲੀਡਰ ਹੈ ਮਿਸਟਰ HD ਦੇਵਗੌੜਾ ਸਾਬਕਾ ਪ੍ਰਾਈਮ ਮਿਨਿਸਟਰ ਹੈ ਜੀ। NCP ਨੈਸ਼ਨਲਿਸਟ ਕਾਂਗਰਸ ਪਾਰਟੀ ਹੈ ਜਿਹਦੇ ਲੀਡਰ ਹੈਗੇ ਹੈ ਸ਼ਰਦ ਪਵਾਰ ਜੀ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਹੈ UP ਦੀ ਜਿਹਦੇ ਲੀਡਰ ਹੈਗੇ ਅਖਿਲੇਸ਼ ਸਿੰਘ ਯਾਦਵ ਜੀ। ਇਸੇ ਤਰ੍ਹਾਂ ਜਿਹੜੀ ਹੈਗੀ ਹੈ TMC ਤ੍ਰਿਣਮੂਲ ਕਾਂਗਰਸ ਹੈ ਬੰਗਾਲ ਦੀ, ਉਹਦੇ ਲੀਡਰ ਹੈ ਬੀਬੀ ਮਮਤਾ ਬੈਨਰਜੀ ਜੀ। RJD ਰਾਸ਼ਟਰੀ ਜਨਤਾ ਦਲ ਹੈ ਬਿਹਾਰ ਦਾ, ਉਹਦੇ ਲੀਡਰ ਹੈ ਤੇਜਸਵੀ ਯਾਦਵ ਤੇ ਉਹਨਾਂ ਦੇ ਪਿਤਾ ਜੀ ਹੁਣੇ ਜੇਲ੍ਹ ਤੋਂ ਬਾਹਰ ਆਏ ਲਾਲੂ ਪ੍ਰਸਾਦ ਯਾਦਵ ਜੀ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਤਾਂ ਕੁਛ ਹੋਰ ਪਾਰਟੀਆਂ ਵੀ ਹੈ ਜਿਵੇਂ DMK ਹੋਗੀ ਤਾਮਿਲਨਾਡੂ ਦੀ, MK ਸਟਾਲਿਨ ਉਹਨਾਂ ਦੇ ਲੀਡਰ ਹੈ, ਉੱਥੇ ਦੇ ਮੁੱਖ ਮੰਤਰੀ ਵੀ ਹੈ ਜੀ। ਔਰ ਕੁਛ ਹੋਰ ਪਾਰਟੀਆਂ ਵੀ ਹੈਗੀਆਂ, 2 ਖੱਬੇ ਪੱਖੀ ਪਾਰਟੀਆਂ ਵੀ ਹੈਗੀਆਂ CPI ਤੇ CPM, ਟੋਟਲ ਇਹ 12 ਪਾਰਟੀਆਂ ਬਣਦੀਆਂ ਜੀ। ਸਾਰੀਆਂ ਦੇ ਨਾਂ ਕਈ ਵਾਰੀ ਆਪਾਂ ਤੋਂ ਰਹਿ ਜਾਂਦੇ ਵੀ ਕੌਣ ਹੈ, ਲੇਕਿਨ 12 ਇਹ ਪਾਰਟੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹਦੀਆਂ ਰਹੀਆਂ ਜੀ। ਖਾਸ ਕਰਕੇ ਜੇ ਆਪਾਂ ਬੰਗਾਲ ਦੀ ਗੱਲ ਕਰੀਏ ਤਾਂ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ TMC ਦੇ ਮੁਕਾਬਲੇ ਲੜਦੀ ਰਹੀ ਹੈ ਜੀ। ਔਰ TMC ਦੀ ਤੇ ਕਾਮਰੇਡਾਂ ਦੀ ਖੱਬੇ ਪੱਖੀਆਂ ਦੀ ਦੁਸ਼ਮਣੀ ਜਿਹੜੀ ਜਗ ਜ਼ਾਹਰ ਹੈ, ਪਰ ਇਸ ਪਲੇਟਫਾਰਮ ਦੇ ਉੱਤੇ ਉਹ ਸਾਰੇ ਲੋਕ ਇਕੱਠੇ ਹੋ ਗਏ। ਇਹ ਪਹਿਲਾ ਮੌਕਾ ਜਦੋਂ ਸਾਰੀ ਆਪੋਜੀਸ਼ਨ ਨੇ ਇਕੱਠਿਆਂ ਹੋ ਕੇ ਔਰ ਇੱਕ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਕਿਸਾਨਾਂ ਦੇ ਹੱਕ ਵਿੱਚ ਜੀ। 26 ਤਾਰੀਖ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ 6 ਮਹੀਨੇ ਹੋ ਜਾਣਗੇ ਜੀ। 26 ਤਾਰੀਖ ਦੇ ਦਿਨ ਨੂੰ ਕਿਸਾਨਾਂ ਨੇ ਕਾਲੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਜੀ। ਉਹਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ, ਜੇ ਹੋ ਸਕਦਾ ਜਿਨ੍ਹਾਂ ਦੇ ਕੋਲੇ ਪੁੱਜਤ ਪੈਂਦੀ ਹੈ ਉਹ ਆਪਣੇ ਕਾਲੇ ਕੱਪੜੇ ਪਾਉਣ। ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਬੀਬੀਆਂ ਵਾਸਤੇ ਉਹਨਾਂ ਨੇ ਕਿਹਾ ਕਿ ਕਾਲੇ ਦੁਪੱਟੇ ਲਾਓ, ਮਰਦਾਂ ਵਾਸਤੇ ਕਿਹਾ ਕਿ ਸਿਰਾਂ ਦੇ ਉੱਤੇ ਜੇ ਕਾਲੀਆਂ ਪੱਗਾਂ ਨਹੀਂ ਬੰਨ੍ਹ ਸਕਦੇ ਪਟਕੇ ਬੰਨ੍ਹ ਲਓ, ਨਹੀਂ ਤਾਂ ਬਾਹਾਂ ਦੇ ਉੱਤੇ ਹੀ ਤੁਸੀਂ ਆਪਣੇ ਕਾਲੇ ਜਿਹੜੇ ਹੈਗੇ ਪੱਟੀਆਂ ਬੰਨ੍ਹ ਲਓ, ਘਰਾਂ ਦੇ ਉੱਤੇ ਕਾਲੇ ਝੰਡੇ ਲਾ ਦਿਓ। ਇਹਨੂੰ ਕਾਲੇ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਵੇ ਜੀ। ਇਸ ਸੱਦੇ ਦੀ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਕਿਸਾਨਾਂ ਨੂੰ ਹੈ, ਲੇਕਿਨ ਭਾਰਤ ਦੀਆਂ 12 ਆਪੋਜੀਸ਼ਨ ਪਾਰਟੀਆਂ ਨੇ ਇਸ ਸੱਦੇ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਹੈ ਔਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਜੀ ਜਰਾ ਸੋਚੋ, ਕਰੋਨਾ ਦੀ ਮਹਾਮਾਰੀ ਜਿਹੜੀ ਹੈਗੀ ਹੈ ਇਹਨੇ ਬਹੁਤ ਵੱਡੇ ਪੱਧਰ ਦੇ ਉੱਤੇ ਦੇਸ਼ ਦਾ ਨੁਕਸਾਨ ਕੀਤਾ ਹੋਇਆ ਜੀ। ਕਿਸਾਨ ਆਪਣੇ ਘਰਾਂ ਤੋਂ ਦੂਰ ਬੈਠੇ ਹੈ ਜੀ। 12 ਮਈ ਨੂੰ ਇੱਕ ਚਿੱਠੀ ਲਿਖੀ ਸੀ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਔਰ ਉਸ ਚਿੱਠੀ ਰਾਹੀਂ ਇਹ ਮੰਗ ਕੀਤੀ ਸੀ ਕਿ ਕਿਸਾਨਾਂ ਨੂੰ ਘਰੋਂ ਘਰੀ ਤੋਰਨ ਵਾਸਤੇ ਜ਼ਰੂਰੀ ਹੈ ਕਿ ਜਿਹੜੇ 3 ਕਾਲੇ ਕਾਨੂੰਨ ਉਹਨਾਂ ਨੂੰ ਰੱਦ ਕਰ ਦਿਓ ਔਰ ਉਹਨਾਂ ਨੂੰ ਜਿਹੜਾ MSP ਹੈ ਉਹ ਤੁਸੀਂ ਦੇਣ ਦਾ ਐਲਾਨ ਕਰੋ। ਇਹ ਵੀ ਉਹਨਾਂ ਨੇ ਯਾਦ ਕਰਾਇਆ ਕਿ ਆਪਾਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਾਂਗੇ, ਉਹ ਲਾਗੂ ਕਰਨ ਦਾ ਵਕਤ ਆ ਗਿਆ ਜੀ। ਔਰ ਨਾਲ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਕਰੋਨਾ ਮਹਾਮਾਰੀ ਚੱਲਦੀ ਹੈ,
ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜੇ ਲੋਕ ਉੱਥੇ ਬੈਠੇ ਹੈ ਔਰ ਇਹਨਾਂ ਲੋਕਾਂ ਦਾ ਕਿੱਡਾ ਵੱਡਾ ਇਕੱਠ ਹੈ, ਇਸ ਇਕੱਠ ਦੇ ਵਿੱਚ ਅਗਰ ਜੇ ਹੈਗੀ ਹੈ ਕਰੋਨਾ ਵਰਗੀ ਮਹਾਮਾਰੀ ਫੈਲ ਗਈ ਤਾਂ ਬਣੂਗਾ ਕੀ। ਹਾਲਾਂਕਿ ਮੈਂ ਇੱਥੇ ਦੱਸ ਦੇਵਾਂ ਕਿ ਭਾਵੇਂ ਹੁਣ ਵੀ ਇਸ ਵੇਲੇ ਦੀ ਸਥਿਤੀ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿਸਾਨਾਂ ਨੇ ਬਹੀਰਾਂ ਕੱਤਣੀਆਂ ਸ਼ੁਰੂ ਕਰਤੀਆਂ। ਉਹ ਦਿੱਲੀ ਵੱਲ ਨੂੰ ਜਾ ਰਹੇ ਹੈ ਕਿ 26 ਤਾਰੀਖ ਨੂੰ ਇੱਕ ਵੱਡਾ ਪ੍ਰੋਸੈਸ਼ਨ ਕੀਤਾ ਜਾਵੇ, ਇੱਕ ਵੱਡਾ ਉੱਥੇ ਜਿਹੜਾ ਹੈਗਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ, ਦਿਖਾਇਆ ਜਾਵੇ ਕਿ ਹਾਂ ਕਿਸਾਨ ਜਿਹੜੇ ਹੈਗੇ ਆਏ ਆ ਆਪਣੀ ਫਸਲਾਂ ਬਾੜੀਆਂ ਉਹ ਸੰਭਾਲ ਆਏ ਹੈ। ਲੇਕਿਨ ਜਿੱਥੋਂ ਤੱਕ ਇਹ ਮਹਾਮਾਰੀ ਦਾ ਸਵਾਲ ਹੈ, ਇਸ ਮਹਾਮਾਰੀ ਤੋਂ ਬਚਣ ਵਾਸਤੇ ਉਹਨਾਂ ਨੇ ਯੋਗ ਪ੍ਰਬੰਧ ਵੀ ਕੀਤੇ ਹੋਏ ਹੈ। ਜਿੰਨੀ ਕਿ ਉਹਨਾਂ ਦੀ ਪੁੱਜਤ ਬਣਦੀ ਸੀ ਉਹਦੇ ਮੁਤਾਬਕ ਉਹਨਾਂ ਨੇ ਉੱਥੇ ਜਿਹੜੇ ਹੈਗੇ ਸੈਂਟਰ ਵੀ ਬਣਾਏ ਹੋਏ ਆ, ਜਿੱਥੇ ਆਮ ਜਿਹੜੇ ਜਿੰਨੇ ਵਲੰਟੀਅਰ ਗਏ ਵੀ ਇਸ ਮੋਰਚੇ ਦੇ ਵਿੱਚ ਉਹਨਾਂ ਦਾ ਟੈਸਟਿੰਗ ਵੀ ਹੁੰਦੀ ਹੈ, ਉਹਨਾਂ ਦਾ ਇਲਾਜ ਵਗੈਰਾ ਵੀ ਕੀਤਾ ਜਾਂਦਾ ਹੈ। ਔਰ ਕਈ ਤਾਂ ਇਹ ਜੇ ਆਪਾਂ ਦੇਖੀਏ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਉੱਥੇ ਆਉਂਦੇ ਹੈ। ਬੜੇ ਨਾਮਵਰ ਡਾਕਟਰ ਹੈ ਜਿਹੜੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੀ ਬੈਠੇ ਦੇਸ਼ ਭਰ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਚਮਕਦਾ ਹੈ। ਉਹ ਡਾਕਟਰ ਵੀ ਫ੍ਰੀ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਹੈ। ਕੁਝ ਸੱਜਣ ਜਿਹੜੇ ਹੈਗੇ ਜਿਹੜੇ ਦਵਾਈਆਂ ਦੀ ਸੇਵਾ ਵੀ ਉੱਥੇ ਕਰ ਰਹੇ ਹੈ। ਉਹਨਾਂ ਨੇ ਭਾਵੇਂ ਸਾਰਾ ਪ੍ਰਬੰਧ ਕੀਤਾ ਹੋਇਆ, ਪਰ ਆਪਾਂ ਇਹ ਜਾਣਦੇ ਹਾਂ ਕਿ ਜਦੋਂ ਐਡੀ ਵੱਡੀ ਤਾਦਾਦ ਦੇ ਵਿੱਚ ਲੋਕ ਬੈਠੇ ਹੋਣ ਤਾਂ ਫਿਰ ਕੁਦਰਤੀ ਹੈ ਕਿ ਕਰੋਨਾ ਮਹਾਮਾਰੀ ਫੈਲ ਸਕਦੀ ਹੈ। ਸੋ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਫਿਰ ਬੇਨਤੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ ਇਸ ਜੰਕਚਰ 'ਤੇ, ਕਿਉਂਕਿ 26 ਤਾਰੀਖ ਨੂੰ ਤੁਹਾਡੀ ਹੁਕੂਮਤ ਦੇ ਵੀ 7 ਸਾਲ ਪੂਰੇ ਹੋ ਜਾਣਗੇ ਜੀ। ਉਹ ਦਿਨ 26 ਤਾਰੀਖ ਨੂੰ ਇਹਨਾਂ ਦੇ 6 ਮਹੀਨੇ ਪੂਰੇ ਹੋਣਗੇ, ਤੁਹਾਡੇ 7 ਸਾਲ ਪੂਰੇ ਹੋ ਜਾਣਗੇ ਸਹੁੰ ਚੁੱਕਿਆਂ ਨੂੰ। ਕਿਰਪਾ ਕਰਕੇ ਤੁਸੀਂ ਇਹਨਾਂ ਦੀਆਂ ਮੰਗਾਂ ਮੰਨੋ ਅਤੇ ਇਹਨਾਂ ਕਿਸਾਨਾਂ ਨੂੰ ਘਰੋ ਘਰੀ ਜਾਣ ਦਾ ਇੱਕ ਮੌਕਾ ਮੁਹੱਈਆ ਕਰੋ, ਕਿਉਂਕਿ ਕਿਸਾਨਾਂ ਨੇ ਵੀ ਇੱਜ਼ਤ ਫੜੀ ਹੋਈ ਹੈ ਕਿ ਜੇ ਅਸੀਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਪਣੀਆਂ ਨਸਲਾਂ ਦੇ ਉਜਾੜੇ ਦਾ ਰਾਹ ਨਾ ਰੋਕਿਆ ਜੀ ਤਾਂ ਸਾਡੇ ਨਾਲੋਂ ਮਤਲਬ ਉਹਦੇ ਲਈ ਸਾਡੇ ਲਈ ਉਹ ਰਾਹ ਰੋਕਣਾ ਜ਼ਰੂਰੀ ਹੈ ਜਿਉਂਦੇ ਰਹਿਣ ਨਾਲੋਂ। ਕਰੋਨਾ ਨਾਲ ਮਰਦੇ ਤਾਂ ਅਸੀਂ ਇੱਕ ਵਾਰੀ ਮਰਾਂਗੇ, ਲੇਕਿਨ ਜਿਹੜੇ ਇਹ ਕਾਲੇ ਕਾਨੂੰਨ ਹੈ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਹਮੇਸ਼ਾ ਦੇ ਲਈ ਦਫਨ ਕਰ ਦੇਣਗੇ। ਕਿਸਾਨੀ ਨਾਲ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿਣੀ ਜੀ। ਇਹ ਸਾਰੇ ਦਾ ਸਾਰਾ ਕਾਰਪੋਰੇਟ ਘਰਾਣੇ ਕੋਲ ਜਾਣਾ ਔਰ ਉਹਨੇ ਜਿੱਦ ਫੜੀ ਹੋਈ ਕਿ ਅਸੀਂ ਵਾਪਸ ਨਹੀਂ ਜਾਵਾਂਗੇ ਜਿੰਨੀ ਦੇਰ ਇਹ ਕਾਨੂੰਨ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਕਿਸਾਨਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਹੋਈ ਹੈ ਕਿ ਜੀ ਤੁਸੀਂ ਕੋਈ ਫੈਸਲਾ ਕਰੋ, ਨਹੀਂ ਤਾਂ ਫਿਰ 26 ਤਾਰੀਖ ਨੂੰ ਸਾਨੂੰ ਵੀ ਕੋਈ ਕਿਸੇ ਸਖਤ ਫੈਸਲੇ ਦਾ ਐਲਾਨ ਕਰਨਾ ਪਊਗਾ। ਸੋ ਇਸ ਵੇਲੇ ਗੇਮ ਜਿਹੜੀ ਹੈਗੀ ਹੈ ਜੀ ਉਹ ਪ੍ਰਾਈਮ ਮਿਨਿਸਟਰ ਦੇ ਵਿਹੜੇ 'ਚ ਹੈ। ਇਹ ਪ੍ਰਾਈਮ ਮਿਨਿਸਟਰ ਨੇ ਦੇਖਣਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਜੀ। ਜੀ ਜੀ ਸੋ ਇਹ ਤਾਂ ਸੀ ਕਿਸਾਨ ਮੋਰਚੇ ਦੀ ਗੱਲ। ਤੇ ਹੁਣ ਚੱਲਾਂਗੇ ਥੋੜ੍ਹਾ ਜਿਹਾ ਆਪਾਂ ਛੱਤੀਸਗੜ੍ਹ ਵੱਲ, ਜਿੱਥੋਂ ਦੇ ਮੁੱਖ ਮੰਤਰੀ ਨੇ ਇੱਕ ਡਿਸਟ੍ਰਿਕਟ ਕਲੈਕਟਰ ਨੂੰ ਬਦਲਿਆ ਹੈ। ਸੋ ਕਿਉਂ ਬਦਲਣਾ ਪੈ ਗਿਆ ਜੀ, ਕੀ ਹੈ ਮਸਲਾ? ਦੇਖੋ, ਜਿੱਥੋਂ ਤੱਕ ਆਪਾਂ ਕਰੀਏ ਛੱਤੀਸਗੜ੍ਹ ਦੇ ਜਿਹੜੇ ਚੀਫ ਮਿਨਿਸਟਰ ਹੈ ਜੀ ਉਹ ਬੜੇ ਜਾਨਦਾਰ ਤੇ ਆਪਾਂ ਕਹਾਂਗੇ ਤੇਜ਼ ਗਤੀ ਵਾਲੇ ਬੰਦੇ ਜਾਣੇ ਜਾਂਦੇ ਆ। ਨਾਂ ਉਹਨਾਂ ਦਾ ਹੈਗਾ ਭੁਪੇਸ਼ ਬਘੇਲ ਜੀ। ਉੱਥੇ ਦਾ ਇੱਕ ਜ਼ਿਲ੍ਹਾ ਜਿਹਦਾ ਨਾਂ ਹੈ ਸੂਰਜਪੁਰ ਜੀ। ਸਾਡੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਡਿਪਟੀ ਕਮਿਸ਼ਨਰ, ਲੇਕਿਨ ਉਧਰ ਜਿਹੜੇ ਹੈਗਾ ਯੂਪੀ, ਬਿਹਾਰ, ਰਾਜਸਥਾਨ, ਆਪਣੇ ਤੁਹਾਡੇ ਛੱਤੀਸਗੜ੍ਹ, ਝਾਰਖੰਡ, ਇੱਥੇ ਡਿਪਟੀ ਕਮਿਸ਼ਨਰ ਨੂੰ ਕੁਲੈਕਟਰ ਕਹਿੰਦੇ ਆ, ਡਿਸਟ੍ਰਿਕਟ ਕੁਲੈਕਟਰ ਕਹਿ ਦਿੰਦੀ ਹੈ ਜੀ। ਬਿਲਕੁਲ। ਔਰ ਸੂਰਜਪੁਰ ਵਿਖੇ ਇੱਕ ਜਿਹੜੇ ਡਿਸਟ੍ਰਿਕਟ ਕੁਲੈਕਟਰ ਲੱਗੇ ਹੋਏ ਸੀ ਉਹਨਾਂ ਦਾ ਨਾਂ ਸੀ ਰਣਵੀਰ ਸ਼ਰਮਾ ਜੀ। ਰਣਵੀਰ ਸ਼ਰਮਾ ਆਪਣੀ ਫੋਰਸ ਦੇ ਨਾਲ, ਆਪਣੇ ਜਿਹੜੇ ਹੈਗੇ ਉਹਨਾਂ ਦੇ ਨਾਲ ਲੋਕ ਹੈ ਕਿ ਉਹ ਆਪਣੀ ਆਮ ਜਨਰਲ ਚੈਕਿੰਗ ਤੇ ਉੱਤੇ ਖੜੇ ਹੈ, ਕਿਤੇ ਨਾਕੇ ਤੇ ਖੜੋਤੇ ਹੈ। ਹਾਲਾਂਕਿ ਡਿਪਟੀ ਕਮਿਸ਼ਨਰ ਦਾ ਇਹ ਕੰਮ ਨਹੀਂ, ਉਹਨੇ ਤਾਂ ਕੰਟਰੋਲ ਕਰਨਾ, ਉਹਨੇ ਨਿਗਰਾਨੀ ਕਰਨੀ, ਇਹ ਕੰਮ ਤਾਂ ਪੁਲਿਸ ਦਾ ਹੈ। ਲੇਕਿਨ ਡਿਪਟੀ ਕਮਿਸ਼ਨਰ ਜ਼ਿਆਦਾ ਉਤਸ਼ਾਹੀ ਸੀ ਤੇ ਉਹ ਆ ਗਿਆ। ਤੇ ਇਹਨੇ 'ਚ ਇੱਕ ਵਿਅਕਤੀ ਜਾ ਰਿਹਾ 23 ਸਾਲ ਦਾ ਮੁੰਡਾ ਅਮਨ ਜੀ। ਅਮਨ ਉਹਦਾ ਨਾਂ ਹੈ। ਤੇ ਅਮਨ ਜਿਹੜਾ ਹੈਗਾ ਆਪਣੀ ਬਾਈਕ ਦੇ ਉੱਤੇ ਜਾ ਰਿਹਾ ਤੇ ਅਮਨ ਨੂੰ ਰੋਕਣ ਦਾ ਇਸ਼ਾਰਾ ਮਿਲਦਾ। ਉਹ ਕਹਿੰਦੇ ਹਾਂ, ਕਹਿੰਦੇ ਵੀ ਤੂੰ ਲਾਕਡਾਊਨ ਦੇ ਵਿੱਚ ਕਿਉਂ ਤੁਰਿਆ ਫਿਰਦਾ? ਉਹਨੇ ਆਪਣਾ ਮੋਬਾਈਲ ਕੱਢਿਆ, ਉਸ ਮੋਬਾਈਲ ਦੇ ਉੱਤੇ ਉਹ ਦਿਖਾਉਂਦਾ ਕਿ ਆਹ ਲਓ ਜੀ ਇੱਕ ਪਰਚੀ ਹੈ ਜਿਹੜੀ ਕਿਸੇ ਡਾਕਟਰ ਦੀ ਲਿਖੀ ਹੋਈ ਸੀ। ਉਹਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਲਈ ਦਵਾਈ ਲੈਣ ਜਾ ਰਿਹਾ ਸੀ ਕਿ ਜੀ ਮੇਰੀ ਐਮਰਜੈਂਸੀ ਆ। ਔਰ ਜਿਹੜਾ ਕਰੋਨਾ ਪ੍ਰੋਟੋਕੋਲ ਆ ਕਹਿੰਦਾ ਕਿ ਐਮਰਜੈਂਸੀ ਦੇ ਵਿੱਚ ਬੰਦਾ ਜਾ ਸਕਦਾ ਹੈ, ਕਿਰਪਾ ਕਰਕੇ ਮੈਨੂੰ ਇਜਾਜ਼ਤ ਦੇ ਦੇ ਜੀ, ਆਹ ਗੱਲ ਹੈ। ਤੇ ਕੁਲੈਕਟਰ ਸਾਹਿਬ ਨੇ ਕੀ ਕੀਤਾ ਜੀ, ਉਹਦਾ ਮੋਬਾਈਲ ਫੜਿਆ ਤੇ ਉਹਨੂੰ ਪਟਕਾ ਕੇ ਧਰਤੀ ਤੇ ਮਾਰਿਆ ਜੀ। ਇੱਥੇ ਹੀ ਗੱਲ ਨਹੀਂ ਮੁੱਕੀ, ਸਗੋਂ ਕੁਲੈਕਟਰ ਸਾਹਿਬ ਨੇ ਤੜਾ ਦੇ ਉਹਦੇ ਕੰਨ ਦੇ ਉੱਤੇ ਥੱਪੜ ਮਾਰਿਆ। ਅੱਛਾ ਜੀ। ਉਹਦੀ ਵੀਡੀਓ ਬਣ ਗਈ ਤੇ ਨਾਲ ਦੀ ਨਾਲ ਜਿਹੜੇ ਪੁਲਿਸ ਮੁਲਾਜ਼ਮ ਖਲੋਤੇ ਉਹਨਾਂ ਨੂੰ ਕਹਿੰਦਾ ਵੀ ਇਹਦੀ ਖੜਕੈਂਤੀ ਕਰੋ ਤੇ ਉਹ ਵੀ ਉਹਦੀ ਖੜਕੈਂਤੀ ਕਰਨ ਲੱਗ ਜਾਂਦੇ। ਅੱਛਾ ਜੀ। ਇਹ ਵੀਡੀਓ ਵਾਇਰਲ ਹੋ ਗਈ। ਜਦੋਂ ਵੀਡੀਓ ਵਾਇਰਲ ਹੋ ਗਈ ਔਰ ਇਹ ਵੀਡੀਓ ਚੀਫ ਮਿਨਿਸਟਰ ਆਫਿਸ ਤੱਕ ਵੀ ਪਹੁੰਚ ਗਈ। ਅੱਛਾ ਜੀ। ਮਿਸਟਰ ਭੁਪੇਸ਼ ਬਘੇਲ ਦੇ ਕੋਲੇ ਵੀ ਪਹੁੰਚ ਗਿਆ ਔਰ ਭੁਪੇਸ਼ ਬਘੇਲ ਨੇ ਇਮੀਡੀਏਟ ਉਸ ਜਿਹੜੇ ਹੈਗੇ ਆ ਰਣਵੀਰ ਸ਼ਰਮਾ ਕੁਲੈਕਟਰ ਸਾਹਿਬ ਉਹਨਾਂ ਨੂੰ ਤੋਰਤਾ ਜੀ। ਤੁਸੀਂ ਜਾਓ ਔਰ ਨਵਾਂ ਰਾਏਪੁਰ ਹੈ ਜਿੱਥੇ ਉਹਨਾਂ ਦਾ ਸੈਕਟਰੀਏਟ ਬਣਿਆ ਹੋਇਆ, ਉੱਥੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਉੱਥੇ ਜਾਓ ਤੇ ਤੁਸੀਂ ਜਿਹੜੀ ਹੈਗੀ ਆਪਣੀ
ਮੇਰਾ ਖਿਆਲ ਜੁਆਇੰਟ ਡਾਇਰੈਕਟਰ ਪਤਾ ਨਹੀਂ ਕੁਛ ਇਹੋ ਜਿਹਾ ਕੁਛ ਅਹੁਦੇ ਦੇ ਉੱਤੇ ਹੈ ਕਿ ਵੇਟਿੰਗ ਦੇ ਵਿੱਚ ਜਾਓ, ਤੁਸੀਂ ਉੱਥੇ ਬੈਠੋ ਜਾ ਕੇ, ਉਹਨੂੰ ਵੇਟਿੰਗ ਵਾਲੇ ਪਾਸੇ ਪਾ ਦਿੱਤਾ ਹੈ ਜੀ। ਔਰ ਬਹੁਤ ਵਧੀਆ ਗੱਲ ਕੀਤੀ ਜਿਹੜੀ ਭੁਪੇਸ਼ ਬਘੇਲ ਨੇ ਕੀਤੀ, ਉਹਨੇ ਉਸ ਲੜਕੇ ਤੋਂ ਅਮਨ ਮਿੱਤਲ ਤੋਂ ਔਰ ਅਮਨ ਮਿੱਤਲ ਦੇ ਮਾਪਿਆਂ ਤੋਂ ਇੱਕ ਟਵੀਟ ਦੇ ਜ਼ਰੀਏ ਮੁਆਫੀ ਮੰਗੀ ਹੈ। ਅੱਛਾ ਜੀ। ਚੀਫ ਮਿਨਿਸਟਰ ਨੇ ਕਿਹਾ ਕਿ ਮੇਰੇ ਕਲੈਕਟਰ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਹੈ ਜੀ, ਇਸ ਬਦਤਮੀਜ਼ੀ ਦੇ ਬਦਲੇ ਮੈਂ ਸ਼ਰਮਸਾਰ ਹਾਂ ਤੇ ਬਤੌਰ ਚੀਫ ਮਿਨਿਸਟਰ ਮੈਂ ਇਹਦੀ ਜ਼ਿੰਮੇਵਾਰੀ ਲੈਂਦਾ ਹੋਇਆ ਤੁਹਾਥੋਂ ਮਾਫੀ ਮੰਗਦਾ, ਮੈਨੂੰ ਮਾਫ ਕੀਤਾ ਜਾਵੇ ਜੀ। ਬਹੁਤ ਵੱਡੀ ਇੱਕ ਮਿਸਾਲ ਉਹਨਾਂ ਨੇ ਮਤਲਬ ਪਰ ਜਿਹੜੀ ਹੈਗੀ ਹੈ ਪੈਦਾ ਕੀਤੀ ਹੈ ਔਰ ਮੇਰੀ ਸਮਝ ਹੈ ਕਿ ਇਸ ਮਿਸਾਲ ਤੋਂ ਸਾਡੇ ਭਾਰਤ ਭਰ ਦੇ ਸਾਰੇ ਮੁੱਖ ਮੰਤਰੀਆਂ ਨੂੰ ਜੀ, ਸਾਰੇ ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਦਫ਼ਤਰ ਨੂੰ, ਪ੍ਰਧਾਨ ਮੰਤਰੀ ਦਫ਼ਤਰ ਦੇ ਅਫਸਰਾਂ ਨੂੰ, ਕੇਂਦਰੀ ਵਜ਼ੀਰਾਂ ਨੂੰ ਜੀ, ਗਵਰਨਰ ਸਾਹਿਬਾਨ ਨੂੰ, ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਹੈ ਕਿ ਇਹ ਕਿਸ ਪਾਸੇ। ਇਹਦੇ ਨਾਲ ਹੀ ਅਸੀਂ ਐਪਰੀਸ਼ੀਏਟ ਕਰਨੀ ਚਾਹਾਂਗੇ ਜਿਹੜੀ ਛੱਤੀਸਗੜ੍ਹ ਦੀ IAS ਐਸੋਸੀਏਸ਼ਨ ਹੈ। ਅੱਛਾ, IAS ਐਸੋਸੀਏਸ਼ਨ ਨੇ ਵੀ ਇਸ ਮਾਮਲੇ ਦੇ ਉੱਤੇ ਮਤਲਬ ਜਿਹੜੀ ਹੈਗੀ ਥੋੜ੍ਹੀ ਜਿਹੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇੱਕ ਜਿਹੜਾ ਜਨ ਸੇਵਕ ਹੁੰਦਾ, ਲੋਕ ਸੇਵਕ ਹੈ ਜੀ, ਲੋਕ ਸੇਵਕ ਨੇ ਲੋਕਾਂ ਦੀ ਜਿਹੜੀ ਹੈਗੀ ਹੈ ਇੱਕ ਠੰਡੇ ਦਿਲ ਦੇ ਨਾਲ ਉਹਨਾਂ ਦੇ ਦੁੱਖ ਦਰਦਾਂ ਨੂੰ ਸਮਝਣਾ ਹੁੰਦਾ ਹੈ, ਉਹਨਾਂ ਨੂੰ ਸੁਣਨਾ ਹੁੰਦਾ ਤੇ ਸਭਤਾ ਦਾ ਪੱਲਾ ਨਹੀਂ ਛੱਡਣਾ ਹੁੰਦਾ ਜੀ। ਉਹਨੂੰ ਹਮੇਸ਼ਾ ਸੱਚਾਈ ਤੇ ਸਭਤਾ ਦੇ ਨਾਲ ਰਹਿਣਾ ਚਾਹੀਦਾ ਹੈ। ਬਿਲਕੁਲ ਉਹਨਾਂ ਦੇ ਨਾਲ ਮਨੁੱਖੀ ਵਰਤਾਓ ਕਰਨਾ ਚਾਹੀਦਾ, ਗੈਰ ਮਨੁੱਖੀ ਵਰਤਾਓ ਨਹੀਂ ਕਰਨਾ ਚਾਹੀਦਾ ਜੀ। IAS ਅਫਸਰ ਦੇ ਵਿੱਚ ਤੇ ਥਾਣੇਦਾਰ ਦੇ ਵਿੱਚ ਫਰਕ ਹੁੰਦਾ ਹੈ। ਜੇ ਪੁਲਿਸ ਕਿਤੇ ਕੋਈ ਜ਼ਿਆਦਤੀ ਕਰਦੀ ਹੈ, ਅਸੀਂ ਕਿਹਦੇ ਕੋਲ ਜਾਂਦੇ, ਅਸੀਂ ਡਿਪਟੀ ਕਮਿਸ਼ਨਰ ਕੋਲ ਜਾਂਦੇ ਹਾਂ ਜੀ, ਸਾਡੇ ਨਾਲ ਜ਼ਿਆਦਤੀ ਹੋ ਗਈ ਤੇ ਜੇ ਡਿਪਟੀ ਕਮਿਸ਼ਨਰ ਹੀ ਥਾਣੇਦਾਰਾਂ ਵਾਲਾ ਰੋਲ ਆਪਣਾ ਅਡਾਪਟ ਕਰ ਲਵੇ ਤੇ ਫਿਰ ਲੋਕਾਂ ਦਾ ਬਣੂਗਾ ਕੀ। ਸੋ ਉੱਥੋਂ ਦੀ ਐਸੋਸੀਏਸ਼ਨ ਜਿਹੜੀ IAS ਐਸੋਸੀਏਸ਼ਨ ਨੇ ਵੀ ਬਹੁਤ ਵਧੀਆ ਸਟੈਂਡ ਲਿਆ, ਉਹ ਵੀ ਕਾਬਲੇ ਤਾਰੀਫ ਹੈ। ਲੇਕਿਨ ਭੁਪੇਸ਼ ਬਘੇਲ ਸਾਹਿਬ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਇਸਲਾਮਾਂ ਨੂੰ ਜੀ। ਬਿਲਕੁਲ, ਸੋ ਮਿਸਾਲ ਪੈਦਾ ਕੀਤੀ ਹੈ ਤੇ ਯਕੀਨਨ ਇਸ ਨੂੰ ਆਪਾਂ ਇੱਕ ਪੋਜ਼ਿਟਿਵ ਸਾਈਨ ਦੇ ਤੌਰ ਦੇ ਉੱਤੇ ਲੈ ਸਕਦੇ ਹਾਂ। ਸੋ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਹੋ ਜਿਹੀਆਂ ਸਾਨੂੰ ਖਬਰਾਂ ਸੁਣਨ ਨੂੰ ਮਿਲਣਗੀਆਂ। ਫਿਲਹਾਲ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਆਉਣ ਦੇ ਲਈ ਅਤੇ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਬਖਤੌਰ ਸਿੰਘ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਇਹ ਸਨ ਬਖਤੌਰ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਖਬਰਾਂ ਦੇ ਉੱਪਰ ਪੜਚੋਲ ਕੀਤੀ ਹੈ ਅਤੇ ਬਹੁਤ ਸਾਰੀ ਢੁਕਵੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਵੱਲ ਵਧਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਅਤੇ ਮਿਲਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੈਂ ਦੱਸ ਦੇਵਾਂ ਕਿ ਅਸੀਂ ਇੱਕ ਸੀਨੀਅਰ ਡਾਕਟਰ ਸ਼੍ਰੀ ਸੰਜੀਵ ਪਾਠਕ ਜੀ, ਉਹਨਾਂ ਨੂੰ ਫੋਨ ਲਾਈਨ ਦੇ ਉੱਤੇ ਲਵਾਂਗੇ, ਅਤੇ ਜੋ ਕਿ ਬਠਿੰਡਾ ਦੇ ਵਿੱਚ ਆਯੁਰਵੈਦਿਕ ਹਸਪਤਾਲ ਦੇ ਜਿਹੜੇ ਹਨ, ਗੌਰਮੈਂਟ ਆਯੁਰਵੈਦਿਕ ਹਸਪਤਾਲ ਦੇ ਇੰਚਾਰਜ ਹਨ, ਅਤੇ ਬਹੁਤ ਪਿਛਲੇ ਕਰੀਬ ਕੋਈ 30-31 ਸਾਲਾਂ ਤੋਂ ਉਹ ਮੈਡੀਕਲ ਖੇਤਰ ਦੇ ਨਾਲ ਜੁੜੇ ਹੋਏ ਹਨ ਅਤੇ ਆਪਣੀਆਂ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ। ਸ਼ਮਾਦਾਨ